ਜੈ ਮਸੀਹ ਦੀ ਸਾਰੇ ਭੈਣ ਭਰਾਵਾਂ ਨੂੰ ਪਰਮੇਸ਼ਰ ਤੁਹਾਨੂੰ ਸਭ ਨੂੰ ਬਹੁਤ ਬਰਕਤ ਦੇਵੇ। ਗੋਡ ਬਲੈਸ ਯੂ। ਹਰ ਇੱਕ ਭੈਣ ਨੂੰ, ਹਰ ਇੱਕ ਭਰਾ ਨੂੰ, ਹਰ ਇੱਕ ਪਰਿਵਾਰ ਨੂੰ, ਵੱਡਿਆਂ ਨੂੰ, ਛੋਟਿਆਂ ਨੂੰ, ਜਿਨੇ ਅੱਜ ਸਾਰੇ ਸਾਨੂੰ ਵਿਜ਼ਿਟ ਕਰ ਰਹੇ ਹੈਗੇ ਉਹਨਾਂ ਨੂੰ ਵੀ, ਤੇ ਜਿਹੜੇ ਭੈਣ ਭਰਾ ਇਹਨਾਂ ਦਿਨਾਂ ਦੇ ਵਿੱਚ ਐਕਲੇਸੀਆ ਦੇ ਨਾਲ ਜੁੜੇ ਨੇ ਉਹਨਾਂ ਸਭ ਨੂੰ ਬਹੁਤ ਬਹੁਤ ਪਰਮੇਸ਼ਰ ਦੀਆਂ ਬਰਕਤਾਂ। ਤੇ ਜਦੋਂ ਬਰਕਤਾਂ ਦੀ ਗੱਲ ਕਰਦੇ ਆ ਪ੍ਰਭੂ ਨੂੰ ਮੈਨੂੰ ਯਾਦ ਆਉਂਦਾ ਹੈ ਕਿ ਡਿਊਟਰੋਨੋਮੀ ਚੈਪਟਰ 28 ਦੇ ਵਿੱਚ ਪਹਿਲੇ ਜਿਹੜੇ 16-17 ਵਰਸਿਸ ਹੈਗੇ ਨੇ ਉਹ ਬਰਕਤਾਂ ਵਾਲੇ ਵਰਸਿਸ ਨੇ। ਤੇ ਉਹ ਵਾਅਦਾ ਪਰਮੇਸ਼ਰ ਨੇ ਇਜ਼ਰਾਈਲ ਨੂੰ ਦੱਸਿਆ ਸੀਗਾ, ਇਜ਼ਰਾਈਲ ਕੌਮ ਨੂੰ ਕਿਹਾ ਸੀ। ਤੇ ਇਹਦੇ ਵਿੱਚ ਲਿਖਿਆ ਹੈ ਵੀ ਧਨ ਹੋਵੇਗਾ ਤੂੰ ਜਦੋਂ ਬਾਹਰ ਜਾਵੇਂਗਾ, ਧਨ ਹੋਵੇਗਾ ਜਦੋਂ ਤੂੰ ਅੰਦਰ ਆਵੇਂਗਾ, ਧਨ ਹੋਣਗੇ ਜਿੱਥੇ ਤੇਰੇ ਹੱਥ ਛੂਣਗੇ, ਧਨ ਹੋਣਗੇ ਤੇਰੇ ਪੈਰ ਜਿੱਥੇ ਲੱਗਣਗੇ, ਧਨ ਹੋਣਗੇ ਜਿਹੜੇ ਲੋਕਾਂ ਦੇ ਨਾਲ ਤੂੰ ਗੱਲਬਾਤ ਕਰੇਗਾ, ਤੇਰੇ ਦੁਸ਼ਮਣ ਜਿਹੜੇ ਤੇਰੇ ਖਿਲਾਫ ਆਣਗੇ ਉਹਨੂੰ ਮੈਂ ਹਰਾ ਦੇਵਾਂਗਾ, ਮੈਂ ਤੈਨੂੰ ਜਿੱਤ ਦੇਵਾਂਗਾ। ਧਨ ਹੋਣਗੇ ਤੇਰੇ ਜਾਨਵਰ, ਧਨ ਹੋਣਗੇ ਤੇਰੇ ਬੀਜ ਜਿਹੜੇ ਤੂੰ ਬੀਜੇਗਾ, ਧਨ ਹੋਣਗੇ ਤੇਰੀ ਖੁਰਾਕ, ਧਨ ਹੋਣਗੇ ਤੇਰੇ ਪੇਟ ਦਾ ਫਲ, ਜਿੱਥੇ ਰਹੇਗਾ ਤੂੰ ਧਨ ਹੋਵੇਗਾ। ਸੋ ਤੁਸੀਂ ਪੜ੍ਹ ਸਕਦੇ ਹੋ ਬਾਅਦ ਵਿੱਚ ਜਾ ਕੇ ਡਿਊਟਰੋਨੋਮੀ ਚੈਪਟਰ 28 ਦੇ ਪਹਿਲੇ ਵਰਸਿਸ। ਤੇ ਦੇਖਣ ਵਾਲੀ ਗੱਲ ਹੈਗੀ ਇਹ ਵੀ ਇੰਨੀ ਵੀ ਬਰਕਤ ਕਾਹਤੋਂ ਵੀ ਧਨ ਹੋਵੇਗਾ। ਤੂੰ ਨਵੇਂ ਨਿਯਮ ਦੇ ਵਿੱਚ ਵੀ ਜਿੱਥੇ ਆਪਾਂ ਬਿਊਟੀਟਿਊਡਸ ਦੀ ਗੱਲ ਕਰਦੇ ਹਾਂ ਮੱਤੀ 5 ਦੇ ਵਿੱਚ ਵੀ ਉੱਥੇ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੇ ਆਖਿਆ ਹੈਗਾ ਕਿ ਬਲੈਸਡ ਆਰ ਦੋਜ਼, ਧਨ ਨੇ ਉਹ ਜਿਹੜੇ ਪਵਿੱਤਰ ਦਿਲ ਰੱਖਦੇ ਨੇ, ਧਨ ਨੇ ਉਹ ਜਿਹੜੇ ਰੱਬ ਦੀ ਭੁੱਖ ਪਿਆਸ ਰੱਖਦੇ ਨੇ, ਧਨ ਨੇ ਉਹ ਜਿਹੜੇ ਪਰਮੇਸ਼ਰ ਦਾ ਵਚਨ ਪੜ੍ਹਦੇ ਨੇ, ਧਨ ਨੇ ਉਹ ਜਿਹੜੇ ਸਤਾਏ ਜਾਂਦੇ ਨੇ, ਧਨ ਨੇ। ਉੱਥੇ ਵੀ ਪਰਮੇਸ਼ਰ ਧਨ ਦੀ ਗੱਲ ਕਰ ਰਿਹਾ ਵੀ ਇੰਨੀਆਂ ਬਰਕਤਾਂ ਕਾਹਤੋਂ ਬਈ, ਵੀ ਇੰਨੀਆਂ ਬਰਕਤਾਂ ਆਪਾਂ ਨੂੰ ਪਤਾ ਹੈ ਇਹ ਸਾਰੀਆਂ ਬਰਕਤਾਂ ਜਿਹੜੀਆਂ ਨੇ ਇਹ ਤੁਹਾਡੇ ਵਾਸਤੇ ਨੇ, ਸਾਰੀਆਂ ਬਰਕਤਾਂ ਇਕਲੇਸੀਆ ਵਾਸਤੇ ਨੇ, ਇਹ ਸਾਰੀਆਂ ਬਰਕਤਾਂ ਜਿਹੜੀਆਂ ਨੇ ਵਿਸ਼ਵਾਸੀਆਂ ਵਾਸਤੇ ਨੇ, ਇਹ ਸਾਰੀਆਂ ਬਰਕਤਾਂ ਉਹਨਾਂ ਦੇ ਵਾਸਤੇ ਨੇ ਜਿਨ੍ਹਾਂ ਨੇ ਵਿਸ਼ਵਾਸ ਕਰ ਲਿਆ ਆਪਣੇ ਪੂਰੇ ਦਿਲੋਂ ਕਿ ਪ੍ਰਭੂ ਯਿਸੂ ਮਸੀਹ ਜੀ ਜਿਉਂਦੇ ਪਰਮੇਸ਼ਰ ਨੇ ਤੇ ਪ੍ਰਭੂ ਯਿਸੂ ਮਸੀਹ ਸਲੀਬ ਤੇ ਆ ਕੇ ਮਾਰੇ ਗਏ, ਸਾਡੇ ਪਾਪ ਚੁੱਕ ਕੇ ਲੈ ਗਏ, ਸਾਡੀਆਂ ਬਿਮਾਰੀਆਂ ਚੁੱਕ ਕੇ ਲੈ ਗਏ। ਉਹਨਾਂ ਨੇ ਆਪਣਾ ਮੁਕਤੀਦਾਤਾ, ਆਪਣਾ ਬਖਸ਼ਣਹਾਰ ਨੂੰ ਸਵੀਕਾਰ ਕਰ ਲਿਆ। ਤੇ ਉਹ ਜਿਹੜੇ ਲੋਕ ਨੇ ਵਿਸ਼ਵਾਸੀ, ਜਿਨ੍ਹਾਂ ਨੂੰ ਕ੍ਰਿਸਚੀਅਨਸ ਵੀ ਕਿਹਾ ਜਾਂਦਾ ਆ, ਮਤਲਬ ਬਾਈਬਲ ਦੇ ਵਿੱਚ ਗਾਹਾਂ ਜਾ ਕੇ, ਲੇਕਿਨ ਸ਼ੁਰੂ ਦੇ ਵਿੱਚ ਉਹਨਾਂ ਨੂੰ ਵਿਸ਼ਵਾਸੀ ਕਿਹਾ ਜਾਂਦਾ ਸੀਗਾ, ਸ਼ੁਰੂ ਦੇ ਵਿੱਚ ਉਹਨਾਂ ਨੂੰ ਬਲੀਵਰਸ ਕਿਹਾ ਜਾਂਦਾ ਸੀਗਾ। ਤੇ ਇਹ ਜਿਹੜੇ ਬਲੀਵਰਸ ਨੇ ਇਹ ਚਰਚ ਨੇ, ਇਹ ਜਿਹੜਾ ਚਰਚ ਹੈਗਾ ਆ ਇਹਦੇ ਤੇ ਸਾਰੀਆਂ ਹੀ ਬਰਕਤਾਂ ਲਾਗੂ ਨੇ। ਇੰਨੀਆਂ ਬਰਕਤਾਂ ਕਾਹਤੋਂ? ਕਈ ਵਾਰ ਸਵਾਲ ਉੱਠਦਾ ਵੀ ਬਾਈਬਲ ਪੜ੍ਹਦੇ ਆ ਵੀ ਇੰਨੀਆਂ ਬਰਕਤਾਂ, ਰੱਬ ਕਹਿੰਦਾ ਧਨ ਹੋਵੇਗਾ ਜਿੱਥੇ ਤੂੰ ਜਾਵੇਂਗਾ, ਧਨ ਹੋਵੇਗਾ ਤੇਰਾ ਜਿੱਥੋਂ ਬਾਹਰ ਨਿਕਲੇਗਾ, ਜਿੱਥੇ ਤੇਰਾ ਜਾਣਾ ਉੱਠਣਾ ਬੈਠਣਾ ਤੇਰਾ ਧਨ ਹੋਵੇਗਾ, ਬਰਕਤ ਵਾਲਾ ਹੋਵੇਗਾ। ਤੇ ਜਿਨ੍ਹਾਂ ਨਾਲ ਮਿਲੇਗਾ ਉਹ ਬਰਕਤ ਵਾਲੇ ਹੋਣਗੇ। ਜਿੱਥੇ ਤੂੰ ਕੰਮ ਕਰੇਗਾ ਉਹ ਵੀ ਬਰਕਤ ਉੱਥੇ ਆ ਜਾਏਗੀ, ਜਿੱਥੇ ਤੂੰ ਕੋ ਬੀਜੇਗਾ ਬਰਕਤ ਆਵੇਗੀ। ਇੱਥੇ ਦੀ ਕਿਉਂਕਿ ਕਹਿ ਲਓ ਕਿ ਜਿੱਥੇ ਤੂੰ ਥੁੱਕ ਦੇਗਾ ਉੱਥੇ ਬਰਕਤ ਆਵੇਗੀ, ਜਿੱਥੇ ਤੂੰ ਪੈਰ ਰੱਖ ਦੇਗਾ ਧਰਤੀ ਤੇਰੀ ਹੋ ਜਾਏਗੀ, ਬਰਕਤ ਹੋ ਜਾਏਗੀ। ਸੋ ਇੰਨੀਆਂ ਬਰਕਤਾਂ ਕਾਹਤੋਂ ਬਈ? ਇੰਨੀਆਂ ਬਰਕਤਾਂ ਕਾਹਤੋਂ ਰੱਬ ਨੇ ਇੰਨੀਆਂ ਬਰਕਤਾਂ ਦਿੱਤੀਆਂ ਨੇ ਵਿਸ਼ਵਾਸੀਆਂ ਨੂੰ? ਕਾਹਤੋਂ ਰੱਬ ਨੇ ਇੰਨੀਆਂ ਬਰਕਤਾਂ ਦਿੱਤੀਆਂ ਨੇ ਸਾਨੂੰ ਸਾਰਿਆਂ ਨੂੰ? ਤੁਹਾਨੂੰ ਇੰਨੀਆਂ ਬਰਕਤਾਂ ਕਾਹਤੋਂ? ਤੁਹਾਨੂੰ ਯਾਦ ਹੋਏਗਾ ਪ੍ਰਭੂ ਯਿਸੂ ਮਸੀਹ ਜੀ ਨੇ ਆਖਿਆ ਸੀ ਵੀ ਜਿਹੜਾ ਮੈਨੂੰ ਫੋਲੋ ਕਰਨਾ ਚਾਹੁੰਦਾ ਹੋਵੇ, ਜਿਹੜਾ ਮੇਰੇ ਪਿੱਛੇ ਆਉਣਾ ਚਾਹੁੰਦਾ ਹੋਵੇ, ਉਹਨੂੰ ਦੋ ਗੱਲਾਂ ਦੱਸੀਆਂ। ਕਹਿੰਦੇ ਜਿਹੜਾ ਮੇਰੇ ਪਿੱਛੇ ਆਉਣਾ ਚਾਹੁੰਦਾ ਹੋਵੇ ਆਪਣੇ ਆਪ ਦਾ ਇਨਕਾਰ ਕਰੇ ਤੇ ਆਪਣੀ ਸਲੀਬ ਉਠਾਵੇ ਤੇ ਫਿਰ ਮੇਰੇ ਪਿੱਛੇ ਆਵੇ। ਹੁਣ ਤੁਸੀਂ ਸੋਚੋ, ਜੇ ਕੋਈ ਬੰਦਾ ਆਪਣੇ ਆਪ ਦਾ ਇਨਕਾਰ ਕਰ ਲੇ, ਜੇ ਕੋਈ ਬੰਦਾ ਆਪਣਾ ਸਲੀਬ ਉਠਾ ਲੇ, ਕੀ ਮਤਲਬ ਹੋਇਆ? ਮਤਲਬ ਹੋਇਆ ਕਿ ਬੰਦਾ ਮਾਰਿਆ ਗਿਆ, ਜਾਨੀ ਕਿ ਬੰਦਾ ਖਤਮ, ਬੰਦਾ ਖਲਾਸ, ਜਾਨੀ ਕਿ ਬੰਦਾ ਹੈ ਹੀ ਨਹੀਂ। ਹੁਣ ਜੇ ਮੈਂ ਆਪਣੇ ਆਪ ਦਾ ਇਨਕਾਰ ਕਰ ਲਿਆ, ਮੈਂ ਆਪਣੀ ਸਲੀਬ ਉਠਾਈ, ਸਲੀਬ ਤੇ ਕੀ ਆ? ਬੰਦਾ ਆਪਣਾ ਸਰੀਰ ਮਾਰ ਦਿੰਦਾ ਆ, ਖੁਆਇਸ਼ਾਂ ਮਾਰ ਦਿੰਦਾ ਆ। ਹੁਣ ਜੇ ਮੈਂ ਆਪਣੇ ਆਪ ਦਾ ਇਨਕਾਰ ਕਰ ਲਿਆ, ਮੈਂ ਆਪਣੀ ਸਲੀਬ ਉਠਾ ਲਈ ਤੇ ਮੈਂ ਆਪਣੀਆਂ ਖੁਆਇਸ਼ਾਂ ਮਾਰ ਦਿੱਤੀਆਂ, ਫਿਰ ਮੇਰੇ ਵਿੱਚ ਮੇਰਾ ਕੀ ਰਹਿ ਗਿਆ? ਕੁਝ ਵੀ ਨਹੀਂ। ਮਤਲਬ ਮੈਂ ਤਾਂ ਮਰ ਗਿਆ, ਫਿਰ ਮੇਰੇ ਵਿੱਚ ਕੌਣ ਆ ਬਈ? ਜੇ ਮੈਂ ਜਿਉਂਦਾ ਨਹੀਂ ਆ, ਮੇਰੇ ਵਿੱਚ ਹੈ ਕੌਣ ਆ? ਮਸੀਹ ਦਾ ਆਤਮਾ। ਜਾਨੀ ਕਿ ਸਰੀਰ ਮੇਰਾ ਆ ਲੇਕਿਨ ਵਿੱਚ ਜੋ ਬਸਦਾ ਆ ਉਹ ਪਵਿੱਤਰ ਆਤਮਾ ਆ। ਸਰੀਰ ਤੁਹਾਡਾ ਆ, ਜੋ ਵਿੱਚ ਤੁਹਾਡੇ ਬਸਦਾ ਆ ਉਹ ਪਵਿੱਤਰ ਆਤਮਾ ਆ, ਉਹ ਪਰਮੇਸ਼ਰ ਦਾ ਰੂਹ ਆ। ਹੁਣ ਜੇ ਪਰਮੇਸ਼ਰ ਦਾ ਰੂਹ ਉਹ ਤੁਹਾਡੇ ਵਿੱਚ ਬਸਦਾ ਤੇ ਤੁਹਾਡੇ ਸਰੀਰ 'ਚ ਬਸਦਾ, ਤੇ ਤੁਹਾਡਾ ਸਰੀਰ ਕੀ ਬਣ ਗਿਆ? ਤੁਹਾਡਾ ਸਰੀਰ ਬਣ ਗਿਆ ਪਰਮੇਸ਼ਰ ਦਾ ਮੰਦਿਰ। ਆਮੇਨ। ਕਿਉਂਕਿ ਤੁਹਾਡੇ ਵਿੱਚ ਪਰਮੇਸ਼ਰ ਬਸਦਾ, ਤੁਹਾਡੇ ਵਿੱਚ ਪਰਮੇਸ਼ਰ ਦਾ ਰੂਹ ਬਸਦਾ, ਤੁਹਾਡੇ ਵਿੱਚ ਪਰਮਾਤਮਾ ਬਸਦਾ। ਹੁਣ ਜੇ ਤੁਹਾਡੇ ਵਿੱਚ ਪਰਮਾਤਮਾ ਬਸਦਾ, ਤੁਹਾਡੇ ਵਿੱਚ ਤੁਸੀਂ ਨਹੀਂ ਬਸਦੇ, ਕਿਉਂਕਿ ਤੁਸੀਂ ਆਪਣਾ ਇਨਕਾਰ ਕਰ ਲਿਆ, ਆਪਣੀ ਸਲੀਬ ਉਠਾ ਲਿਆ ਤੇ ਤੁਸੀਂ ਪ੍ਰਭੂ ਨੂੰ ਆਪਣਾ ਆਪ ਦੇਤਾ। ਤੁਸੀਂ ਪ੍ਰਭੂ ਨੂੰ ਕਹਿੰਦਾ ਪ੍ਰਭੂ ਜੀ ਅੱਜ ਤੋਂ ਬਾਅਦ ਮੇਰੀ ਜ਼ਿੰਦਗੀ 'ਚ ਉਦਾਂ ਨਾ ਹੋਵੇ, ਮੇਰੀ ਮਰਜ਼ੀ ਨਾ ਹੋਵੇ, ਤੇਰੀ ਮਰਜ਼ੀ ਪੂਰੀ ਹੋਵੇ। ਆਮੇਨ।
ਹੁਣ ਤੁਹਾਡੇ ਵਿੱਚ ਪਰਮਾਤਮਾ ਵਸਦਾ ਆ, ਤੁਹਾਡੇ ਵਿੱਚ ਪਰਮੇਸ਼ਰ ਦਾ ਰੂਹ ਵਸਦਾ। ਹੁਣ ਤੁਸੀਂ ਤਾਂ ਜਿਉਂਦੇ ਨਹੀਂ ਰਹੇ, ਜਾਣੀ ਕਿ ਰੱਬ ਤੁਹਾਡੇ ਵਿੱਚ ਵਸ ਰਿਹਾ, ਤੁਸੀਂ ਬਣ ਗਏ ਹੋ ਰੱਬ ਦਾ ਮੰਦਰ। ਤੇ ਜੇ ਤੁਸੀਂ ਰੱਬ ਦਾ ਮੰਦਰ ਬਣ ਗਏ ਹੋ ਤਾਂ ਫਿਰ ਤੁਹਾਡਾ ਸਰੀਰ ਕੀ ਬਣ ਗਿਆ? ਤੁਹਾਡਾ ਸਰੀਰ ਬਣ ਗਿਆ ਹੈਗਾ ਆ ਪ੍ਰਭੂ ਦਾ ਸਰੀਰ। ਆਮੇਨ। ਜਾਣੀ ਕਿ ਤੁਹਾਡੇ ਵਿੱਚ ਪ੍ਰਭੂ ਵਸਦਾ ਆ ਤੇ ਪ੍ਰਭੂ ਕੰਮ ਕਰ ਰਿਹਾ ਆ, ਪ੍ਰਭੂ ਹਿਲਦਾ ਆ। ਉੱਠਣਾ ਬੈਠਣਾ ਪਰਮੇਸ਼ਰ ਕਰਦਾ। ਬੱਚੇ ਕਹਿੰਦਾ ਜੇ ਆਪਾਂ ਉੱਠੀਏ ਪ੍ਰਭੂ ਦੇ ਵਿੱਚ, ਉੱਠੀਏ ਬੈਠੀਏ ਪ੍ਰਭੂ ਦੇ ਵਿੱਚ, ਬੈਠੀਏ ਖਾਈਏ ਪੀਏ ਪ੍ਰਭੂ ਦੇ ਵਿੱਚ, ਨੱਚੀਏ ਗਾਈਏ ਪ੍ਰਭੂ ਦੇ ਵਿੱਚ, ਆਪਣਾ ਸੋਨਾ ਜਗਣਾ ਪ੍ਰਭੂ ਦੇ ਵਿੱਚ ਹੋਵੇ, ਤੁਰਨਾ ਫਿਰਨਾ ਪ੍ਰਭੂ ਦੇ ਵਿੱਚ ਹੋਵੇ। ਹੁਣ ਜਾਣੀ ਕਿ ਅਸੀਂ, ਸਾਡੇ ਵਿੱਚ, ਆਪਣੇ ਵਿੱਚ ਅਸੀਂ ਨਹੀਂ ਵਸਦੇ, ਸਾਡੇ ਵਿੱਚ ਪਰਮਾਤਮਾ ਵਸਦਾ ਤੇ ਬਣ ਗਏ ਹੈਗੇ ਆ ਆਪਾਂ ਪਰਮੇਸ਼ਰ ਦਾ ਮੰਦਰ, ਤੇ ਬਣ ਗਏ ਹੈਗੇ ਆ ਆਪਾਂ ਪ੍ਰਭੂ ਦਾ ਸਰੀਰ। ਤੇ ਜੇ ਪ੍ਰਭੂ ਦਾ ਸਰੀਰ ਬਣ ਗਏ ਹੈਗੇ ਆ, ਜਾਣੀ ਕਿ ਪ੍ਰਭੂ ਯਿਸੂ ਮਸੀਹ ਜੀ ਆਪਣੇ ਸਰੀਰਾਂ ਥਾਈਂ ਦੀ ਸਾਰੀ ਦੁਨੀਆ ਦੇ ਵਿੱਚ ਕੰਮ ਕਰ ਰਹੇ ਨੇ, ਰਾਜ ਕਰ ਰਹੇ ਨੇ, ਛੂ ਰਹੇ ਨੇ, ਬਰਕਤਾਂ ਦੇ ਰਹੇ ਨੇ। ਤੇ ਕੌਣ ਆ ਜਿਹੜਾ ਤੁਰਦਾ ਫਿਰਦਾ ਆ? ਕੌਣ ਆ ਜਿਹੜਾ ਕੰਮ ਕਰ ਰਿਹਾ ਆ? ਕੌਣ ਆ ਇਹ ਜਿਹੜਾ ਐਕਲੀਸੀਆ ਦੇ ਵਿੱਚ ਇਕੱਠੇ ਹੁੰਦੇ ਨੇ ਲੋਕ? ਕੌਣ ਨੇ ਇਹ ਖੁਦ ਪ੍ਰਭੂ ਯਿਸੂ ਮਸੀਹ ਜੀ ਨੇ, ਕਿਉਂਕਿ ਉਹਨਾਂ ਦਾ ਸਰੀਰ ਆ। ਭਾਵੇਂ ਉਹ ਸਵਰਗ ਦੇ ਵਿੱਚ ਬੈਠੇ ਨੇ ਤਖਤ ਤੇ ਐਜ਼ ਏ ਸਿਰ, ਆਪਣਾ ਐਜ਼ ਏ ਹੈਡ, ਰਾਈਟ, ਲੇਕਿਨ ਧਰਤੀ ਤੇ ਜਿਨ੍ਹਾਂ ਨੇ ਵਿਸ਼ਵਾਸੀਆਂ ਨੇ ਪ੍ਰਭੂ ਚ ਵਿਸ਼ਵਾਸ ਕੀਤਾ ਆ, ਉਹ ਪ੍ਰਭੂ ਯਿਸੂ ਮਸੀਹ ਦੇ ਸਰੀਰ ਨੇ। ਜਾਣੀ ਕਿ ਪ੍ਰਭੂ ਯਿਸੂ ਮਸੀਹ ਉਹਨਾਂ ਥਾਈਂ ਦੇ ਥੱਲੇ ਕੰਮ ਕਰ ਰਹੇ ਨੇ। ਸੋ ਹੁਣ ਪਤਾ ਲੱਗਿਆ ਵੀ ਕਾਹ ਤੋਂ ਇੰਨੀਆਂ ਬਰਕਤਾਂ? ਵੈਲ, ਪ੍ਰਭੂ ਦੇ ਉੱਤੇ ਤਾਂ ਬਰਕਤਾਂ ਆਣੀਆਂ ਹੀ ਨੇ, ਪ੍ਰਭੂ ਦੇ ਸਰੀਰ ਤੇ ਤਾਂ ਬਰਕਤਾਂ ਆਣੀਆਂ ਹੀ ਨੇ, ਪਰਮੇਸ਼ਰ ਦੇ ਮੰਦਰ ਦੇ ਉੱਤੇ ਤਾਂ ਬਰਕਤਾਂ ਆਣੀਆਂ ਨੇ। ਜਿੱਥੇ ਪਰਮੇਸ਼ਰ ਦੀ ਹਜ਼ੂਰੀ ਵਸਦੀ ਆ ਉੱਥੇ ਤਾਂ ਬਰਕਤਾਂ ਆਣੀਆਂ ਹੀ ਨੇ। ਜਿੱਥੇ ਪਰਮੇਸ਼ਰ ਦਾ ਚਾਨਣ ਵਸਦਾ ਆ ਉੱਥੇ ਤਾਂ ਬਰਕਤਾਂ ਆਣੀਆਂ ਹੀ ਨੇ। ਜਿੱਥੇ ਪਰਮੇਸ਼ਰ ਦੀ ਹਜ਼ੂਰੀ ਉਹਦਾ ਮਸਾ ਬਾਸ ਕਰਦਾ ਆ, ਉਹਦੇ ਚਾਰੋਂ ਪਾਸੇ ਤਾਂ ਪਰਮੇਸ਼ਰ ਦੇ ਦੂਤ ਹੋਣੇ ਹੀ ਨੇ, ਕਿਉਂਕਿ ਪਰਮੇਸ਼ਰ ਦੇ ਦੂਤ ਪ੍ਰਭੂ ਦੀ ਹਜ਼ੂਰੀ ਦੇ ਚਾਰੋਂ ਪਾਸੇ ਹੁੰਦੇ ਨੇ। ਜਿੱਥੇ ਪ੍ਰਭੂ ਦੀ ਹਜ਼ੂਰੀ ਬਾਸ ਕਰਦੀ ਹੋਵੇ ਉੱਥੇ ਪਰਮੇਸ਼ਰ ਦੇ ਦੂਤਾਂ ਦੀ ਪਹਿਰਾ ਲਗਾਤਾਰ ਲੱਗਿਆ ਰਹੇਗਾ। ਆਮੇਨ। ਸੋ ਪ੍ਰਭੂ ਦੇ ਬਣੋ, ਕਿੰਨੀ ਵੱਡੀ ਬਰਕਤ ਆ ਜਦੋਂ ਇੱਕ ਇਨਸਾਨ, ਇੱਕ ਬੰਦਾ ਆਪਣਾ ਦਿਲ ਖੋਲ ਕੇ ਪ੍ਰਭੂ ਯਿਸੂ ਮਸੀਹ ਜੀ ਨੂੰ ਸਵੀਕਾਰ ਕਰ ਲੈਂਦਾ ਆ ਤੇ ਪ੍ਰਭੂ ਯਿਸੂ ਨੂੰ ਕਹਿੰਦਾ ਆ, ਪ੍ਰਭੂ ਜੀ ਮੇਰੇ ਦਿਲ ਵਿੱਚ ਆ ਜਾ, ਮੇਰਾ ਮੁਕਤੀ ਦਾਤਾ ਬਣ ਜਾ, ਮੇਰੇ ਪਾਪ ਮਾਫ ਕਰ ਦੇ। ਉੱਥੇ ਉਹ ਇਨਸਾਨ ਮਰ ਜਾਂਦਾ ਆ, ਆਪਣੇ ਆਪ ਨੂੰ ਡਿਨਾਈ ਕਰ ਦਿੰਦਾ ਆ, ਆਪਣੀ ਸਲੀਬ ਉਠਾ ਕੇ ਉਹ ਮੌਤ ਨੂੰ ਆਪਣੇ ਗਲ ਲਾ ਲੈਂਦਾ ਆ ਤੇ ਉਹਦੇ ਵਿੱਚ ਪਰਮ ਆਤਮਾ ਜਿਉਂਦਾ ਆ, ਉਹਦੇ ਵਿੱਚ ਪਰਮੇਸ਼ਰ ਦੀ ਹਜ਼ੂਰੀ ਜਿਉਂਦੀ ਆ, ਉਹਦੇ ਵਿੱਚ ਪਵਿੱਤਰ ਆਤਮਾ ਵਸਦਾ ਆ। ਉਹਦਾ ਸਰੀਰ ਬਣ ਜਾਂਦਾ ਪਰਮੇਸ਼ਰ ਦਾ ਮੰਦਰ ਤੇ ਉਹ ਬਣ ਜਾਂਦਾ ਆ ਪਰਮੇਸ਼ਰ ਦਾ ਸਰੀਰ, ਉਹਦਾ ਬੋਡੀ ਆਫ ਕ੍ਰਾਈਸਟ। ਜਾਣੀ ਕਿ ਆਪਾਂ ਜਿਉਂਦੇ ਜਾਗਦੇ ਪਰਮੇਸ਼ਰ ਦੇ ਤੁਰੇ ਫਿਰੇ ਵਾਲੇ ਮੰਦਰਾਂ, ਜਿਹੜੇ ਮੰਦਰ ਤੁਰਦਾ ਫਿਰਦਾ ਆ ਉਹ ਮੰਦਰਾਂ। ਵਚਨ ਕਹਿੰਦਾ ਹੈ ਪਰਮੇਸ਼ਰ ਲੋਕਾਂ ਦੇ ਹੱਥਾਂ ਦੇ ਬਣਾਏ ਹੋਏ ਮੰਦਰਾਂ 'ਚ ਵਾਸ ਨਹੀਂ ਕਰਦਾ, ਬਲਕਿ ਆਪਣੇ ਹੱਥਾਂ ਦੇ ਨਾਲ ਬਣਾਏ ਹੋਏ ਮੰਦਰਾਂ ਦੇ ਵਿੱਚ ਵਾਸ ਕਰਦਾ ਆ। ਪ੍ਰਭੂ ਦੇ ਬਿਨਾਂ ਬਹੁਤ ਵੱਡੀ ਗੱਲ। ਹੁਣ ਜੇ ਤੁਸੀਂ ਕਹਿ ਸਕਦੇ ਹੋ ਪਾਸਟਰ ਜੀ ਵਾਓ, ਮੈਂ ਵੀ ਪਰਮੇਸ਼ਰ ਦਾ ਮੰਦਰ ਆ, ਮੇਰੇ ਵਿੱਚ ਵੀ ਪਰਮੇਸ਼ਰ ਦਾ ਆਤਮਾ ਵਾਸ ਕਰਦਾ ਆ। ਤੁਹਾਡੇ ਵਿੱਚ ਪਰਮੇਸ਼ਰ ਦਾ ਆਤਮਾ ਵਾਸ ਕਰਦਾ ਆ, ਕੀ ਤੁਸੀਂ ਪਰਮੇਸ਼ਰ ਦੇ ਮੰਦਰ ਹਾਂ ਜਾਂ ਨਹੀਂ ਹਾਂ, ਡਿਪੈਂਡ ਕਰਦਾ ਆ ਕਿ ਤੁਹਾਡੇ ਵਿੱਚ ਵਾਕਈ ਪਰਮੇਸ਼ਰ ਦਾ ਸਾਹ ਹੈ ਜਾਂ ਨਹੀਂ। ਪਰਮੇਸ਼ਰ ਦਾ ਸਾਹ ਕਿਹਦੇ ਵਿੱਚ ਹੋਏਗਾ? ਪਰਮੇਸ਼ਰ ਦਾ ਸਾਹ ਉਹਦੇ ਵਿੱਚ ਹੋਏਗਾ ਜਿਹਦੇ ਵਿੱਚ ਪਰਮੇਸ਼ਰ ਦਾ ਸ਼ਬਦ ਹੋਵੇਗਾ। ਆਮੇਨ। ਸੋ ਪੜਾਂਗੇ ਆਪਾਂ ਪਰਮੇਸ਼ਰ ਦੇ ਵਚਨ ਵਿੱਚ ਜਾਵਾਂਗੇ ਸਿੱਧਾ ਪ੍ਰਭੂ ਦੇ ਪੈਣਾ। ਸਭ ਤੋਂ ਪਹਿਲਾਂ ਪਰਮੇਸ਼ਰ ਦੇ ਵਚਨ ਵਿੱਚ ਆਪਾਂ ਜਾਵਾਂਗੇ, ਪੜਾਂਗੇ ਪ੍ਰਭੂ ਦਾ ਵਚਨ ਆਪਾਂ ਨੂੰ ਕੀ ਦੱਸਦਾ ਹੈਗਾ ਆ, ਕਲੀਅਰਲੀ ਦੇਖਾਂਗੇ। ਜੀ ਹਾਂ, ਆਓ ਪੜੀਏ ਆਪਾਂ 2 Timothy chapter 3 verse 16 and 17 ਪੰਜਾਬੀ ਚ। ਜੀ ਹਾਂ, ਦੂਜਾ ਤਿਮੋਥੀਅਸ ਅਧਿਆਇ 3 ਵਰਸ 16 ਤੇ 17। ਸਾਰੀ ਲਿਖਤ ਪਰਮੇਸ਼ਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਝਾਉਣ ਲਈ ਗੁਣਕਾਰ ਹੈ, ਬਈ ਪਰਮੇਸ਼ਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ। ਜ਼ਬਰਦਸਤ ਪ੍ਰਭੂ ਦੇ ਬਣੋ। ਤੁਸੀਂ ਦੇਖਿਆ ਇਹ ਵਰਸ ਦੇ ਵਿੱਚ ਪ੍ਰਭੂ ਤੇ ਭੈਣੋ ਇੰਡੀਆਂ ਬਰਕਤਾਂ ਛੁਪੀਆਂ ਹੋਈਆਂ ਨੇ, ਏਡੀਆਂ ਵੱਡੀਆਂ ਬਰਕਤਾਂ ਛੁਪੀਆਂ ਹੋਈਆਂ ਨੇ ਕਿ ਅੱਜ ਆਪਾਂ ਦੇਖਣ ਜਾ ਰਹੇ ਹਾਂ। ਇਹ ਵਰਸ ਦੇ ਵਿੱਚੋਂ ਆਪਾਂ ਨੂੰ ਪਤਾ ਲੱਗ ਜਾਏਗਾ ਉਹ ਮਨੁੱਖ ਜਿਹੜਾ ਆਪਣਾ ਦਿਲ ਖੋਲ ਕੇ ਸ਼ਬਦ ਨੂੰ ਆਪਣੇ ਦਿਲ ਵਿੱਚ ਸੱਦ ਲਏਗਾ, ਉਹ ਮਨੁੱਖ ਜਿਹੜਾ ਦਿਨ ਰਾਤ ਪਰਮੇਸ਼ਰ ਦਾ ਸ਼ਬਦ ਪੜ੍ਹਦਾ ਆ, ਉਹ ਮਨੁੱਖ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਰਮੇਸ਼ਰ ਦੇ ਵਚਨਾਂ ਨੂੰ, ਪਰਮੇਸ਼ਰ ਦੇ ਸ਼ਬਦਾਂ ਨੂੰ ਆਪਣੇ ਮਨ ਵਿੱਚ, ਆਪਣੇ ਦਿਲ ਵਿੱਚ, ਆਪਣੀ ਮੈਮਰੀ ਵਿੱਚ, ਆਪਣੇ ਬ੍ਰੇਨ ਦੇ ਵਿੱਚ ਥਾਂ ਦਿੰਦਾ ਆ, ਉਹਦੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਦਾ ਸ਼ਬਦ ਕੀ ਕੰਮ ਕਰਦਾ ਆ। ਆਓ ਧਿਆਨ ਦੇ ਨਾਲ ਦੇਖੀਏ। ਪਹਿਲੇ ਨੰਬਰ ਤੇ ਇਹ ਵਚਨ ਜਿਹੜਾ ਆਪਾਂ ਪੜ੍ਹ ਕੇ ਗਏ ਹੈਗੇ ਆ ਪੰਜਾਬੀ ਦੇ ਵਿੱਚ, ਆਓ ਆਪਾਂ ਇੱਕ ਵਾਰ ਫੇਰ ਇਹ ਡਿਫਰੈਂਟ ਬਾਈਬਲ ਦੇ ਵਿੱਚੋਂ ਪੰਜਾਬੀ ਦੇ ਵਿੱਚ ਇਹੀ ਵਰਸ ਦੁਆਰਾ ਪੜਾਂਗੇ। ਜੀ ਹਾਂ, ਦੂਜਾ ਤਿਮੋਥੀਅਸ ਅਧਿਆਇ 3 ਵਰਸ 16 ਤੇ 17।
ਸਾਰੀ ਲਿਖਤ ਪਰਮੇਸ਼ਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਝਾਉਣ ਲਈ ਗੁਣਕਾਰ ਹੈ, ਬਈ ਪਰਮੇਸ਼ਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ। ਦੇਖਿਆ ਤੁਸੀਂ, ਹਰ ਪਵਿੱਤਰ ਗ੍ਰੰਥ ਲਿਖਿਆ ਹੈ, ਹਰ ਪਵਿੱਤਰ ਗ੍ਰੰਥ ਜਿਹਦੇ ਵਿੱਚ ਰੱਬ ਦਾ ਰੂਹ ਵੱਲੋਂ ਲਿਖਿਆ ਗਿਆ ਹੈ। ਹਰ ਪਵਿੱਤਰ ਗ੍ਰੰਥ ਪਰਮੇਸ਼ਰ ਦੇ ਰੂਹ ਵੱਲੋਂ ਲਿਖਿਆ ਗਿਆ ਹੈ। ਜਾਨੀ ਕਿ ਬਾਈਬਲ ਦੀ ਗੱਲ ਹੋ ਰਹੀ ਹੈ। ਬਾਈਬਲ ਦੇ ਵਿੱਚ ਜਿੰਨਾ ਵੀ ਵਚਨ ਆ, 66 ਬੁੱਕਸ ਪਰਮੇਸ਼ਰ ਦੇ ਵਚਨ ਦੀਆਂ, ਬਾਈਬਲ ਦੀਆਂ 66 ਕਿਤਾਬਾਂ ਨੇ ਜਿਹੜੀਆਂ, ਉਹ ਸਾਰੀਆਂ ਦੀਆਂ ਸਾਰੀਆਂ ਕਿਤਾਬਾਂ ਪ੍ਰਭੂ ਦੇ ਪੜ੍ਹੋ ਪਰਮੇਸ਼ਰ ਦੇ ਪਵਿੱਤਰ ਆਤਮਾ ਨਾਲ ਲਿਖੀਆਂ ਗਈਆਂ ਨੇ। ਹੁਣ ਦੂਸਰੇ ਵਰਸ ਜਿਹੜਾ ਪੜ੍ਹ ਕੇ ਗਏ ਆ, ਉਹਦੇ ਵਿੱਚ ਲਿਖਿਆ ਕਿ ਸਭ ਕੁਝ ਪਰਮੇਸ਼ਰ ਦੀ ਰੂਹ ਵੱਲੋਂ ਲਿਖਿਆ ਗਿਆ ਆ। ਇੰਗਲਿਸ਼ ਦੇ ਵਿੱਚ ਆਪਾਂ ਪੜਾਂਗੇ, ਲਿਖਿਆ ਹੈ ਗॉड ब्रेथ, ਜਾਨੀ ਕਿ ਪਰਮੇਸ਼ਰ ਦਾ ਸ਼ਬਦ ਜਿਹੜਾ ਆ ਉਹ ਪਰਮੇਸ਼ਰ ਦੇ ਸਾਹ ਨਾਲ ਲਿਖਿਆ ਗਿਆ, ਪਵਿੱਤਰ ਆਤਮਾ ਦੇ ਸਾਹ ਨਾਲ ਲਿਖਿਆ ਗਿਆ। ਜਾਨੀ ਕਿ ਪ੍ਰਭੂ ਦੇ ਸ਼ਬਦ ਇਹਦੇ ਵਿੱਚ ਪਰਮੇਸ਼ਰ ਦਾ ਸਾਹ ਆ। ਜੇ ਆਪਾਂ ਪ੍ਰਭੂ ਦੇ ਵਚਨ ਪੜ੍ਹਦੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ, ਪ੍ਰਭੂ ਦੇ ਵਚਨ ਜਿਉਂ-ਜਿਉਂ ਆਪਣੇ ਵਿੱਚ ਪਰਮੇਸ਼ਰ ਦੇ ਵਚਨ ਜਾਂਦੇ ਨੇ, ਤਿਉਂ-ਤਿਉਂ ਆਪਣੇ ਵਿੱਚ ਪਰਮੇਸ਼ਰ ਦਾ ਸਾਹ ਜਾਂਦਾ ਆ। ਤੇ ਜਿਉਂ-ਜਿਉਂ ਵਚਨਾਂ ਨਾਲ ਆਪਾਂ ਆਪਣੇ ਆਪ ਨੂੰ ਭਰੀ ਰੱਖਦੇ ਆ, ਭਰੀ ਰੱਖਦੇ ਆ, ਆਪਣੇ ਵਿੱਚ ਪਰਮੇਸ਼ਰ ਦਾ ਸਾਹ ਭਰੀ ਜਾਂਦਾ ਆ। ਜਾਨੀ ਕਿ ਪ੍ਰਭੂ ਪਰਮੇਸ਼ਰ ਦਾ ਇਹ ਤਰੀਕਾ ਆ ਇਨਸਾਨ ਦੇ ਵਿੱਚ ਆਪਣਾ ਸਾਹ ਭਰਨ ਦੇ ਵਾਸਤੇ, ਸਾਹ ਫੂਕਣ ਦੇ ਵਾਸਤੇ। ਤੁਹਾਨੂੰ ਯਾਦ ਹੋਏਗਾ ਕਿ ਆਦਮ ਤੇ ਹਵਾ ਨੂੰ ਪ੍ਰਭੂ ਨੇ ਜਦੋਂ ਬਣਾਇਆ ਸੀ, ਆਦਮ ਦੇ ਨੱਕਾਂ 'ਚ ਆਪਣਾ ਅੱਖ 'ਚ ਆਪਣਾ ਸਾਹ ਫੂਕਿਆ ਸੀਗਾ, ਯਾਦ ਆ। ਲੇਕਿਨ ਜਦੋਂ ਬਚਨ ਕਹਿੰਦਾ ਹੈ ਕਿ ਆਦਮ ਤੇ ਹਵਾ ਨੇ ਪਾਪ ਕਰ ਲਿਆ, ਉਦੋਂ ਪਰਮੇਸ਼ਰ ਦਾ ਪਵਿੱਤਰ ਆਤਮਾ ਇਨਸਾਨ ਨੂੰ ਛੱਡ ਕੇ ਚਲਿਆ ਗਿਆ ਸੀ, ਜਾਣੀ ਕਿ ਉਹ ਸਾਹ ਛੱਡ ਕੇ ਚਲਿਆ ਗਿਆ। ਲੇਕਿਨ ਹੁਣ ਪ੍ਰਭੂ ਯਿਸੂ ਮਸੀਹ ਜੀ ਦੁਆਰਾ ਆਏ, ਸਲੀਬ ਤੇ ਆਪਣੀ ਜਾਨ ਦਿੰਦੇ ਨੇ, ਤੇ ਉਹ ਆਦਮ ਤੇ ਹਵਾ ਦਾ ਪਾਪ ਉਹਨਾਂ ਨੇ ਆਪਣੇ ਸਿਰ ਲਾ ਲਿਆ। ਤੇ ਜਿਹੜਾ ਵੀ ਮਨੁੱਖ ਪ੍ਰਭੂ ਯਿਸੂ ਨੂੰ ਸਵੀਕਾਰ ਕਰਦਾ ਆ, ਉਹਦੀ ਜ਼ਿੰਦਗੀ 'ਚ ਦੁਆਰਾ ਫਿਰ ਪਰਮੇਸ਼ਰ ਆਪਣਾ ਸਾਹ ਫੂਕ ਦਿੰਦੇ ਨੇ, ਪਾ ਦਿੰਦੇ ਨੇ। ਕਿੱਦਾਂ ਸ਼ੁਰੂਆਤ ਹੁੰਦੀ ਹੈ ਇਹਦੀ? ਸ਼ੁਰੂਆਤ ਹੁੰਦੀ ਹੈ ਪ੍ਰਭੂ ਯਿਸੂ ਨੂੰ ਸਵੀਕਾਰ ਕਰਨ ਦੇ ਨਾਲ। ਜਦੋਂ ਕੋਈ ਮਨੁੱਖ ਕਹਿੰਦਾ ਆ ਮੈਂ ਪ੍ਰਭੂ ਜੀ ਮੇਰੇ ਦਿਲ ਵਿੱਚ ਆ ਜਾ, ਮੈਂ ਪਾਪੀ ਇਨਸਾਨ ਆ, ਉੱਥੇ ਪਰਮੇਸ਼ਰ ਦਾ ਪਵਿੱਤਰ ਆਤਮਾ ਉਹਦੇ ਦਿਲ ਵਿੱਚ ਆ ਜਾਂਦਾ ਆ। ਉਹ ਤੋਂ ਬਾਅਦ ਉਹ ਮਨੁੱਖ ਚੱਕ ਲੈਂਦਾ ਹੈ ਬਾਈਬਲ, ਉਹਨੂੰ ਪੜ੍ਹਨਾ ਸ਼ੁਰੂ ਕਰ ਦਿੰਦਾ ਆ, ਪੁਰਾਣੇ ਨੇਮ ਨੂੰ ਨਵੇਂ ਨੇਮ ਨੂੰ ਸ਼ੁਰੂ ਕਰ ਦਿੰਦਾ ਪੜ੍ਹਨਾ। ਜਿਉਂ-ਜਿਉਂ ਪਰਮੇਸ਼ਰ ਦੇ ਸ਼ਬਦ ਉਹਦੇ ਅੰਦਰ ਜਾਂਦੇ ਨੇ, ਉਹ ਪਰਮੇਸ਼ਰ ਦੇ ਸ਼ਬਦਾਂ ਦੇ ਨਾਲ ਪਰਮੇਸ਼ਰ ਦਾ ਸਾਹ ਵੀ ਉਹਦੇ ਅੰਦਰ ਜਾਂਦਾ ਆ। ਕਿਉਂਕਿ ਪਰਮੇਸ਼ਰ ਦੇ ਸ਼ਬਦ, ਪਰਮੇਸ਼ਰ ਦੇ ਵਚਨ ਪਵਿੱਤਰ ਆਤਮਾ ਦੇ ਸਾਹ ਦੇ ਨਾਲ, ਪਰਮਾਤਮਾ ਦੇ ਸਾਹ ਦੇ ਨਾਲ, ਪਰਮਾਤਮਾ ਦੇ ਨਾਲ, ਰੂਹ ਦੇ ਨਾਲ, ਰੱਬ ਦੀ ਰੂਹ ਦੇ ਨਾਲ ਲਿਖੇ ਗਏ ਨੇ। ਸਾਰੀ ਲਿਖਤ ਰੱਬ ਦੇ ਰੂਹ ਦੇ ਨਾਲ ਆ। ਸਾਰਾ ਵਚਨ, ਸਾਰੀਆਂ ਕਿਤਾਬਾਂ ਗॉड ਬ੍ਰੈਥ ਨੇ। ਜਿਉਂ-ਜਿਉਂ ਤੁਸੀਂ ਨੂੰ ਪੜ੍ਹਦੇ ਹੋ, ਤਿਉਂ-ਤਿਉਂ ਪਰਮੇਸ਼ਰ ਦਾ ਸਾਹ ਤੁਹਾਡੇ ਵਿੱਚ ਆ ਜਾਂਦਾ ਹੈ। ਹੁਣ ਜਦੋਂ ਤੁਹਾਡੇ ਵਿੱਚ ਪਰਮੇਸ਼ਰ ਦਾ ਸਾਹ ਆ ਜਾਂਦਾ ਹੈ, ਪ੍ਰਭੂ ਦੇ ਕੋਲ ਤੁਸੀਂ ਕੀ ਬਣ ਜਾਂਦੇ ਹੋ? ਬਣ ਜਾਂਦੇ ਹੋ ਪਰਮੇਸ਼ਰ ਦੇ ਜਿਉਂਦੇ ਮੰਦਰ ਜੋ ਹੈ। ਤੁਸੀਂ ਪਰਮੇਸ਼ਰ ਦੇ ਜਿਉਂਦੇ ਮੰਦਰ ਦੇ ਵਿੱਚ ਪਰਮੇਸ਼ਰ ਦੀ ਹਜ਼ੂਰੀ, ਉਹਦਾ ਮਸਾ, ਉਹਦੀ ਅਥਾਰਟੀ, ਉਹਦੀ ਅੱਗ ਜ਼ੋਰਾਂ ਦੇ ਨਾਲ ਭਰ ਜਾਂਦੀ ਆ। ਜਾਣੀ ਕਿ ਰਿਵਾਈਵਲ ਆ ਜਾਂਦੀ ਹੈ ਤੁਹਾਡੇ ਅੰਦਰ, ਰਿਵਾਈਵਲ ਆ ਜਾਂਦੀ ਹੈ ਤੁਹਾਡੇ ਉੱਤੇ, ਰਿਵਾਈਵਲ ਆ ਜਾਂਦੀ ਹੈ ਤੁਹਾਡੇ ਘਰ ਵਿੱਚ, ਰਿਵਾਈਵਲ ਆ ਜਾਂਦੀ ਹੈ ਤੁਹਾਡੇ ਕਲੀਸਿਆ ਦੇ ਵਿੱਚ, ਰਿਵਾਈਵਲ ਤੁਹਾਡੇ ਕੰਮ ਤੇ, ਰਿਵਾਈਵਲ ਤੁਹਾਡੇ ਤੁਰੇ ਫਿਰੇ, ਰਿਵਾਈਵਲ ਤੁਹਾਡੇ ਸੌਂਦੇ ਹੋਏ, ਜਦੋਂ ਤੁਸੀਂ ਡਰਾਈਵ ਕਰ ਰਹੇ ਹੋ, ਰਿਵਾਈਵਲ ਤੁਹਾਡੇ ਨਾਲ, ਜਿੱਥੇ ਵੀ ਜਾਂਦੇ ਹੋ, ਜਿੱਥੋਂ ਵੀ ਨਿਕਲਦੇ ਹੋ, ਤੁਸੀਂ ਅੱਗ ਦੇ ਵਿੱਚ ਹੁੰਦੇ ਹੋ, ਪਰਮੇਸ਼ਰ ਦੇ ਰਿਵਾਈਵਲ ਦੇ ਵਿੱਚ ਹੁੰਦੇ ਹੋ। ਪਰਮੇਸ਼ਰ ਦੀ ਹਜ਼ੂਰੀ ਤੁਹਾਡੇ ਵਿੱਚ ਧੁੰਮਾਂ ਪਾ ਰਹੀ ਹੁੰਦੀ ਆ। ਤੇ ਜਿੱਥੇ ਪ੍ਰਭੂ ਦੀ ਹਜ਼ੂਰੀ, ਉੱਥੇ ਚਾਰੋਂ ਪਾਸੇ ਪਰਮੇਸ਼ਰ ਦੇ ਦੂਤ ਤੁਹਾਡੇ ਚਾਰੋਂ ਪਾਸੇ ਆ ਜਾਂਦੇ ਨੇ। ਪ੍ਰਭੂ ਦੇ ਪਰੋਂ ਬਰਕਤਾਂ ਤਾਂ ਆਪੇ ਹੀ ਆਣੀਆਂ ਹੋਈਆਂ। ਜਿੱਥੇ ਪ੍ਰਭੂ ਦੀ ਹਜ਼ੂਰੀ ਆ ਗਈ, ਉੱਥੇ ਕਿੱਦਾਂ ਬਰਕਤਾਂ ਆਣਗੀਆਂ। ਜਿੱਥੇ ਪਰਮੇਸ਼ਰ ਦੀ ਹਜ਼ੂਰੀ ਆ ਗਈ, ਉੱਥੇ ਕਿੱਦਾਂ ਕੋਈ ਸ਼ਰਾਫ ਆ ਸਕਦਾ ਆ। ਪਰਮੇਸ਼ਰ ਨੇ ਪ੍ਰਭੂ ਦੇ ਵਚਨ 'ਚ ਲਿਖਿਆ, ਪੁਰਾਣੇ ਨਿਯਮ ਵਿੱਚ ਲਿਖਿਆ ਕਿ ਯਾਕੂਬ ਦੇ ਉੱਤੇ ਕੋਈ ਜਾਦੂ ਟੂਣਾ ਨਹੀਂ ਚੱਲੇਗਾ, ਯਾਕੂਬ ਦੇ ਉੱਤੇ ਕੋਈ ਬਲੈਕ ਮੈਜਿਕ ਨਹੀਂ ਚੱਲੇਗਾ, ਕੋਈ ਬਲੈਕ ਮੈਜਿਕ ਨਹੀਂ ਚੱਲ ਸਕਦਾ ਤੁਹਾਡੇ ਉੱਤੇ, ਕੋਈ ਜਾਦੂ ਟੂਣਾ ਨਹੀਂ ਚੱਲ ਸਕਦਾ ਤੁਹਾਡੇ ਉੱਤੇ। ਆਮੇਨ। ਜਾਨੀ ਕਿ ਜਾਦੂ ਟੂਣਾ ਵੀ ਕੈਂਸਲ ਤੁਹਾਡੇ ਉੱਤੇ, ਬਲੈਕ ਮੈਜਿਕ ਵੀ ਕੈਂਸਲ ਤੁਹਾਡੇ ਉੱਤੇ। ਆਮੇਨ। ਕੋਈ ਸ਼ਰਾਬ ਵੀ ਕੈਂਸਲ ਤੁਹਾਡੇ ਉੱਤੇ, ਨਾ ਸ਼ਰਾਬ ਤੁਹਾਡੇ ਉੱਤੇ ਚੱਲ ਸਕਦਾ ਆ, ਨਾ ਕੋਈ ਸੁਪਰਸਟੀਸ਼ਨ ਤੁਹਾਡੇ ਉੱਤੇ ਚੱਲ ਸਕਦੀਆਂ ਨੇ। ਆਮੇਨ। ਕੋਈ ਚੀਜ਼ ਤੁਹਾਨੂੰ ਹਾਨੀ ਨਹੀਂ ਪਹੁੰਚਾ ਸਕਦੀ। ਪ੍ਰਭੂ ਤੇ ਪੜੋ, ਪਰਮੇਸ਼ਰ ਦਾ ਵਚਨ ਕਲੀਅਰ ਆਪਾਂ ਨੂੰ ਦੱਸਦਾ ਆ। ਆਓ ਦੇਖਾਂਗੇ ਆਇਜ਼ਾਇਆ ਚੈਪਟਰ, ਪੜਾਂਗੇ ਆਪਾਂ ਆਇਜ਼ਾਇਆ ਚੈਪਟਰ 54 ਵਰਸ 17 ਦੇਖਾਂਗੇ ਬਾਈਬਲ ਦੇ ਵਿੱਚੋਂ। ਜੀ ਹਾਂ, ਯਸਾਇਆ 54:17 ਪਰ ਕੋਈ ਹਥਿਆਰ ਵੀ ਤੈਨੂੰ ਹਾਨੀ ਨਹੀਂ ਪਹੁੰਚਾ ਸਕੇਗਾ। ਤੇਰੇ ਕੋਲ ਉਹਨਾਂ ਸਭ ਦੇ ਲਈ ਉੱਤਰ ਹੋਵੇਗਾ ਜੋ ਤੇਰੇ ਤੇ ਦੋਸ਼ ਲਾਉਣਗੇ। ਮੈਂ ਆਪਣੇ ਦਾਸ ਦੀ ਰੱਖਿਆ ਕਰਦਾ ਹਾਂ ਅਤੇ ਉਸ ਨੂੰ ਜਿੱਤ ਦਿੰਦਾ ਹਾਂ। ਇਹ ਪ੍ਰਭੂ ਦੇ ਬੋਲ ਹਨ। ਤੇਰੇ ਖਿਲਾਫ ਚੱਲਿਆ ਕੋਈ ਵਾਰ ਕਾਮਯਾਬ ਨਹੀਂ ਹੋਏਗਾ। ਹੈ
ਕੋਈ ਵੀ ਵਾਰ ਜੋ ਤੇਰੇ ਖਿਲਾਫ ਚੱਲਿਆ ਹੋਵੇ ਕਾਮਯਾਬ ਨਹੀਂ ਹੋਏਗਾ। ਸੋਚੋ ਤੁਸੀਂ ਚੀਜ਼ ਕੀ ਹੋ, ਤੁਸੀਂ ਉਹ ਪਰਮੇਸ਼ਰ ਦੇ ਜਿਉਂਦੇ ਮੰਦਰ ਜਿਹਦੇ ਵਿੱਚ ਪਰਮੇਸ਼ਰ ਦੇ ਸ਼ਬਦ ਭਰੇ ਹੋਏ ਨੇ, ਜਿਹੜੇ ਪ੍ਰਭੂ ਨੇ ਆਪਣੇ ਸਾਹ ਦੇ ਨਾਲ ਲਿਖੇ ਨੇ। ਜਾਨੀ ਕਿ ਤੁਹਾਡੇ ਵਿੱਚ ਰੱਬ ਦਾ ਸਾਹ ਭਰਿਆ ਹੋਇਆ ਆ, ਤੁਹਾਡੇ ਵਿੱਚ ਰੱਬ ਦੀ ਹਜ਼ੂਰੀ ਭਰੀ ਹੋਈ ਆ। ਹੁਣ ਜੇ ਤੁਹਾਡੇ ਵਿੱਚ ਰੱਬ ਦੀ ਹਜ਼ੂਰੀ ਭਰੀ ਹੋਈ ਆ, ਤੁਹਾਡੇ ਖਿਲਾਫ ਕੋਈ ਵਾਰ ਨਹੀਂ ਚੱਲ ਸਕਦਾ। ਕੋਈ ਵਾਰ ਤੁਹਾਡੇ ਖਿਲਾਫ ਚੱਲਿਆ ਕਾਮਯਾਬ ਨਹੀਂ ਹੋਏਗਾ। ਪਰਮੇਸ਼ਰ ਤੁਹਾਨੂੰ ਪ੍ਰੋਟੈਕਟ ਕਰਕੇ ਰੱਖਿਆ ਆ। ਪਰਮੇਸ਼ਰ ਦਾ ਸਰੀਰ ਹੋ ਤੁਸੀਂ, ਤੇ ਪ੍ਰਭੂ ਦੇ ਸਰੀਰ ਦੇ ਖਿਲਾਫ ਕੋਈ ਵਾਰ ਨਹੀਂ ਚੱਲ ਸਕਦਾ, ਕੋਈ ਜਾਦੂ ਨਹੀਂ ਚੱਲ ਸਕਦਾ, ਕੋਈ ਟੂਣਾ ਨਹੀਂ ਚੱਲ ਸਕਦਾ, ਕੋਈ ਸ਼ਰਾਬ ਨਹੀਂ ਚੱਲ ਸਕਦਾ। ਆਮੇਨ। ਪ੍ਰਭੂ ਦੇ ਬਾਰੇ ਇੱਥੋਂ ਤੱਕ ਕਿ ਕੋਈ ਬਦਰੂ, ਕੋਈ ਡੀਮਨ ਹੈ ਬਚਨ ਚ ਲਿਖਿਆ ਆ। ਪ੍ਰਭੂ ਯਿਸੂ ਨੇ ਕਿਹਾ ਸਾਰੀ ਅਥਾਰਟੀ ਜਿਹੜੀ ਸਵਰਗ ਦੀ ਆ, ਜਿਹੜੀ ਧਰਤੀ ਤੇ ਆ, ਮੈਨੂੰ ਦਿੱਤੀ ਗਈ ਆ, ਤੇ ਮੈਂ ਕਲੀਸਿਆ ਨੂੰ ਦੇਣਾ ਆ। ਪ੍ਰਭੂ ਨੇ ਕਿਹਾ ਜਾਓ, ਜਾ ਕੇ ਦੁਨੀਆ 'ਚ ਪ੍ਰਚਾਰ ਕਰੋ, ਤੇ ਮੈਂ ਤੁਹਾਨੂੰ ਬਿਛੂਆਂ ਉੱਤੇ ਤਾਕਤ ਦਿੰਦਾ ਆ, ਮੈਂ ਤੁਹਾਨੂੰ ਸੱਪਾਂ ਦੇ ਉੱਤੇ ਅਧਿਕਾਰ ਦਿੰਦਾ ਆ, ਕੋਈ ਚੀਜ਼ ਤੁਹਾਨੂੰ ਹਾਨੀ ਨਹੀਂ ਪਹੁੰਚਾਊਗੀ। ਪ੍ਰਭੂ ਤੇ ਕਰੋ ਡੀਮਨਸ ਦੇ ਉੱਤੇ ਅਥਾਰਟੀ ਤੁਹਾਨੂੰ ਮਿਲੀ ਹੋਈ ਆ, ਈਵਲ ਸਪਿਰਿਟ ਦੇ ਉੱਤੇ ਅਥਾਰਟੀ ਤੁਹਾਨੂੰ ਮਿਲੀ ਹੋਈ ਆ, ਬਿਮਾਰੀਆਂ ਉੱਤੇ ਅਥਾਰਟੀ ਤੁਹਾਨੂੰ ਮਿਲੀ ਹੋਈ ਆ, ਜਾਦੂ ਟੂਣੇ ਉੱਤੇ ਅਥਾਰਟੀ ਤੁਹਾਨੂੰ ਮਿਲੀ ਹੋਈ ਆ। ਵਚਨ ਕਹਿੰਦਾ ਆ ਇੱਥੋਂ ਦੇ ਕੇ ਨਰਕ ਦੇ ਦਰਵਾਜ਼ੇ ਵੀ ਤੁਹਾਡੇ ਸਾਹਮਣੇ ਖੁੱਲੇ ਨਹੀਂ ਰਹਿ ਸਕਦੇ। ਆਮੇਨ। ਜਾਨੀ ਕਿ ਨਾ ਨਰਕ ਤੁਹਾਨੂੰ ਛੂ ਸਕਦਾ ਆ, ਨਾ ਈਵਲ ਸਪਿਰਿਟਸ ਤੁਹਾਨੂੰ ਛੂ ਸਕਦੀਆਂ ਨੇ, ਨਾ ਡੀਮਨਸ ਤੁਹਾਨੂੰ ਛੂ ਸਕਦੇ ਨੇ, ਨਾ ਸ਼ਰਾਬ ਤੁਹਾਨੂੰ ਛੂ ਸਕਦਾ ਆ, ਨਾ ਜਾਦੂ ਤੁਹਾਨੂੰ ਛੂ ਸਕਦਾ ਆ, ਨਾ ਟੂਣਾ ਤੁਹਾਨੂੰ ਛੂ ਸਕਦਾ ਆ, ਨਾ ਕੋਈ ਵਾਰ ਤੁਹਾਡੇ ਖਿਲਾਫ ਚੱਲ ਸਕਦਾ ਆ। ਕਿਉਂ? ਕਿਉਂਕਿ ਤੁਸੀਂ ਪਰਮੇਸ਼ਰ ਦੀ ਅੱਖਾਂ ਦੀ ਪੁਤਲੀ ਹੋ, ਤੁਸੀਂ ਵਿਸ਼ਵਾਸੀ ਹੋ, ਤੁਸੀਂ ਪ੍ਰਭੂ ਦਾ ਸਰੀਰ ਹੋ, ਤੁਸੀਂ ਪਰਮੇਸ਼ਰ ਦੇ ਜਿਉਂਦੇ ਜਾਗਦੇ ਮੰਦਰ ਹੋ। ਤੁਹਾਡੇ ਵਿੱਚ ਪਰਮੇਸ਼ਰ ਦਾ ਸ਼ਬਦ ਵਸਦਾ ਆ, ਤੁਹਾਡੇ ਵਿੱਚ ਪਰਮੇਸ਼ਰ ਦੇ ਸ਼ਬਦ ਵਿੱਚ ਜਿਹੜਾ ਸਾਹ ਆ ਉਹ ਵਸਦਾ ਆ। ਤੁਸੀਂ ਰੱਬ ਦੇ ਸਾਹ ਦੇ ਨਾਲ, ਰੱਬ ਦੀ ਹਜ਼ੂਰੀ ਦੇ ਨਾਲ, ਰੱਬ ਦੇ ਪਰਮਾਤਮਾ ਦੇ ਨਾਲ ਭਰੇ ਹੋਏ ਹੋ। ਤੁਸੀਂ ਪ੍ਰੋਟੈਕਟਡ ਕੌਮ ਹੋ, ਤੁਸੀਂ ਬਲੈਸਡ ਕੌਮ ਹੋ। ਵਚਨ ਆਖਦਾ ਆ ਕਿ ਪ੍ਰਭੂ ਦੇ ਪਰੋਂ ਕੋਈ ਵੀ ਜਿਹੜਾ ਤੁਹਾਨੂੰ ਮਾੜੀ ਨਿਗਾਹ ਦੇ ਨਾਲ ਤੁਹਾਡੇ ਵੱਲ ਦੇਖੇਗਾ, ਉਹਦਾ ਅੰਤ ਆ ਗਿਆ ਸਮਝੋ। ਜਾਨੀ ਕਿ ਜੋ ਪੈਦਾ ਨਾ ਹੋਇਆ ਹੁੰਦਾ ਚੰਗਾ ਸੀ। ਕੋਈ ਤੁਹਾਡੇ ਮਾੜੀ ਨਿਗਾਹ ਨਾਲ ਤੁਹਾਨੂੰ ਨਹੀਂ ਦੇਖ ਸਕਦਾ, ਕੋਈ ਤੁਹਾਨੂੰ ਹੱਸ ਨਹੀਂ ਸਕਦਾ ਤੁਹਾਡੇ ਖਿਲਾਫ, ਕੋਈ ਤੁਹਾਨੂੰ ਕੋਈ ਗਲਤ ਕਹਿ ਨਹੀਂ ਸਕਦਾ, ਕਿਉਂਕਿ ਉਹਦੇ ਨਾਲ ਐਸਾ ਤਾਂ ਹੀ ਪ੍ਰਭੂ ਦਾ ਵਚਨ ਕਹਿੰਦਾ ਆਪਣੇ ਦੁਸ਼ਮਣਾਂ ਲਈ ਪ੍ਰੇ ਕਰੋ। ਦੁਸ਼ਮਣਾਂ ਲਈ ਕੀ ਪ੍ਰੇ ਕਰੀਏ ਕਿ ਪ੍ਰਭੂ ਜੀ ਬਚਾ ਲਾ। ਉਹ ਦੁਸ਼ਮਣ ਨੇ ਉਹਨਾਂ ਨੂੰ ਪਤਾ ਨਹੀਂ, ਪ੍ਰਭੂ ਜੀ ਮਾਫ ਕਰ ਦਿਓ, ਉਹਨਾਂ ਨੂੰ ਕੋਈ ਗੱਲ ਨਹੀਂ, ਉਹਨਾਂ ਤੋਂ ਗਲਤੀ ਹੋ ਗਈ, ਸਾਨੂੰ ਉਹਨਾਂ ਨੇ ਗਲਤ ਮੁਲਤ ਕਹਿ ਦਿੱਤਾ ਹੈਗਾ ਆ, ਸਾਨੂੰ ਪ੍ਰਭੂ ਜੀ ਉਹਨਾਂ ਨੇ ਧਮਕੀਆਂ ਧਮਕੀਆਂ ਦੇ ਦਿੱਤੀਆਂ ਹੈਗੀਆਂ ਨੇ, ਪ੍ਰਭੂ ਤੁਹਾਨੂੰ ਮਾਫ ਕਰ ਦੇ ਪਲੀਜ਼। ਇਹ ਵਚਨ 'ਚ ਲਿਖਿਆ ਆ, ਪ੍ਰਭੂ ਨੇ ਕਿਹਾ ਜਿੰਨਾ ਦੁਸ਼ਮਣਾਂ ਲਈ ਤੁਸੀਂ ਪ੍ਰੇਰ ਕਰ ਲਓਗੇ ਤਾਂ ਮਾਫ ਕੀਤੇ ਜਾਣਗੇ, ਜਿੰਨਾ ਦੁਸ਼ਮਣਾਂ ਲਈ ਤੁਸੀਂ ਪ੍ਰੇਰ ਨਹੀਂ ਕਰੋਗੇ, ਉਹਨਾਂ ਨੂੰ ਬਰਕਤ ਨਹੀਂ ਮਿਲੂਗੀ, ਉਹ ਰਗੜੇ ਜਾਣਗੇ, ਤੇ ਉਹਨਾਂ ਦਾ ਹਾਲ ਹੋਵੇਗਾ ਇੰਨਾ ਬੁਰਾ। ਪ੍ਰਭੂ ਦੇ ਪੈਰੋਂ ਬਚਨ ਦੇ ਵਿੱਚ ਲਿਖਿਆ ਗਿਆ ਆ ਕਿ ਇਹ ਜਿਹੜੀ ਕੌਮ ਆ, ਇਹ ਵਿਸ਼ਵਾਸੀ ਨੇ ਜਿਹੜੇ, ਇਹ ਕ੍ਰਿਸਚੀਅਨਸ ਨੇ ਜਿਹੜੇ ਪ੍ਰਭੂ ਦੇ ਲਹੂ ਦੇ ਨਾਲ ਧੋਤੇ ਹੋਏ ਨੇ, ਜਿਹੜੇ ਪਰਮੇਸ਼ਰ ਦਾ ਮੰਦਰ ਨੇ, ਜਿਨ੍ਹਾਂ ਵਿੱਚ ਪਰਮੇਸ਼ਰ ਦੀ ਅੱਗ ਵਸਦੀ ਆ, ਜਿਨ੍ਹਾਂ ਵਿੱਚ ਪਰਮੇਸ਼ਰ ਦੀ ਰੂਹ ਵਸਦੀ ਆ, ਜਿਹੜੇ ਪ੍ਰਭੂ ਦੇ ਛਾਂ ਥੱਲੇ ਨੇ, ਉਹਦੀ ਅਨੋਇੰਟਿੰਗ ਥੱਲੇ ਨੇ, ਉਹਦੀ ਪਾਵਰ ਥੱਲੇ ਨੇ, ਜਿਹੜੇ ਰੱਬ ਦੇ ਵਚਨਾਂ ਨਾਲ ਭਰੇ ਹੋਏ ਨੇ, ਜਿਹੜੇ ਪਰਮੇਸ਼ਰ ਦੇ ਸਾਹ ਦੇ ਨਾਲ ਭਰੇ ਹੋਏ ਨੇ। ਹਾਂ, ਇਹ ਕੌਮ ਤੇ ਬਰਕਤਾਂ ਹੀ ਬਰਕਤਾਂ ਹੀ ਬਰਕਤਾਂ ਹੀ ਬਰਕਤਾਂ ਹੀ ਨੇ, ਬਰਕਤਾਂ ਹੀ ਨੇ, ਬਰਕਤਾਂ ਹੀ ਨੇ। ਨਾ ਨਰਕ ਇਹਨਾਂ ਦੇ ਖਿਲਾਫ ਆ ਸਕਦਾ ਆ, ਨਾ ਬਦਰੂਆਂ ਇਹਨਾਂ ਦੇ ਖਿਲਾਫ ਆ ਸਕਦੀਆਂ ਨੇ, ਨਾ ਡੀਮਨਸ ਇਹਨਾਂ ਦੇ ਖਿਲਾਫ ਆ ਸਕਦੇ ਨੇ, ਨਾ ਸ਼ੈਤਾਨ ਇਹਨਾਂ ਦੇ ਖਿਲਾਫ ਖੜਾ ਹੋ ਸਕਦਾ ਆ, ਨਾ ਇਹਨਾਂ ਉੱਤੇ ਸ਼ਰਾਬ ਚੱਲ ਸਕਦਾ ਆ, ਨਾ ਇਹਨਾਂ ਉੱਤੇ ਕੋਈ ਮਹਾਮਾਰੀ ਚੱਲ ਸਕਦੀ ਆ, ਨਾ ਕੋਈ ਹਥਿਆਰ, ਨਾ ਕੋਈ ਮਹਾਮਾਰੀ, ਨਾ ਕੋਈ ਚੀਜ਼ ਬਣਾਈ ਹੋਈ ਇਹਨਾਂ ਦੇ ਖਿਲਾਫ ਨਹੀਂ ਚੱਲ ਸਕਦੀ, ਨਾ ਹੀ ਕੋਈ ਬੰਦਾ ਇਹਨਾਂ ਦੇ ਖਿਲਾਫ ਖੜ ਸਕਦਾ ਆ, ਨਾ ਹੀ ਕੋਈ ਗਵਰਨਮੈਂਟ ਇਹਨਾਂ ਦੇ ਖਿਲਾਫ ਖੜ ਸਕਦੀ ਆ, ਨਾ ਹੀ ਕੋਈ ਕੌਮ ਇਹਨਾਂ ਦੇ ਖਿਲਾਫ ਖੜ ਸਕਦਾ, ਨਾ ਹੀ ਕੋਈ ਧਰਮ ਇਹਨਾਂ ਦੇ ਖਿਲਾਫ ਖੜ ਸਕਦਾ। ਜਿਹੜਾ ਵੀ ਦੁਸ਼ਮਣ ਇਹਨਾਂ ਦੇ ਖਿਲਾਫ ਖੜਨ ਦੀ ਕੋਸ਼ਿਸ਼ ਕਰੇਗਾ, ਜੇ ਤਾਂ ਵਿਸ਼ਵਾਸੀਆਂ ਨੇ ਪ੍ਰੇ ਕਰਤੀ ਦੁਸ਼ਮਣ ਦੇ ਲਈ ਕਿ ਪ੍ਰਭੂ ਜੀ ਮਾਫ ਕਰ ਦੇ, ਕੋਈ ਗੱਲ ਨਹੀਂ, ਗਲਤੀ ਹੋ ਗਈ, ਉਹਨਾਂ ਤੋਂ ਮਾਫ ਕਰ ਦੇ, ਉਹ ਤਾਂ ਮਾਫ ਕੀਤੇ ਜਾਣਗੇ। ਜਿਨ੍ਹਾਂ ਨੂੰ ਮਾਫੀ ਨਹੀਂ ਮਿਲੀ, ਜਿਨ੍ਹਾਂ ਨੂੰ ਮਾਫ ਨਹੀਂ ਕੀਤਾ, ਉਹ ਰਗੜੇ ਗਏ, ਤੇ ਪ੍ਰਭੂ ਜੀ ਭੈਣੋ ਉਹਨਾਂ ਦਾ ਹਾਲ ਹੋਵੇਗਾ ਬੁਰਾ। ਐਸਾ ਹਾਲ ਕਿ ਬੈਟਰ ਹੈਗਾ ਉਹ ਕਹਿਣਗੇ ਅਸੀਂ ਨਾ ਹੀ ਜੰਮਦੇ ਚੰਗਾ ਸੀ, ਕਿੱਥੇ ਪੰਗਾ ਲੈ ਲਿਆ ਅਸੀਂ। ਕਿਉਂ? ਕੀ ਕੌਣ ਨੇ ਇਹ ਖੁਦ ਪ੍ਰਭੂ ਯਿਸੂ ਮਸੀਹ ਦਾ ਸਰੀਰ ਆ, ਇਹ ਖੁਦ ਪਰਮਾਤਮਾ ਦਾ ਜਿਉਂਦਾ ਤੇ ਜਾਗਦਾ ਮੰਦਰ ਆ। ਆਮੇਨ। ਇਹ ਉਹ ਮੰਦਰ ਆ ਜਿਹਦੇ ਸਾਹਮਣੇ ਮੌਤ ਵੀ ਥਰਥਰਾਉਂਦੀ ਆ, ਇਹ ਉਹ ਮੰਦਰ ਆ ਜਿਹਦੇ ਸਾਹਮਣੇ ਸਵਰਗ ਖੁੱਲ ਜਾਂਦਾ ਹੈ, ਜਿਹਨੂੰ ਅਥਾਰਟੀ ਦਿੱਤੀ ਹੋਈ ਆ, ਸਾਰੀ ਦੁਨੀਆ ਦੀ ਅਥਾਰਟੀ ਦਿੱਤੀ ਹੋਈ ਆ, ਸਾਰੇ ਸਵਰਗ ਦੀ। ਆਮੇਨ। ਸਾਰਾ ਅਧਿਕਾਰ ਇਹਦੇ ਹੱਥ ਵਿੱਚ ਆ। ਕੌਣ ਆ ਇਹ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਲਹੂ ਦੇ ਨਾਲ ਧੋਤਾ ਹੋਇਆ ਆ ਮੰਦਰ ਪਰਮੇਸ਼ਰ ਦਾ। ਇਹ ਵਿਸ਼ਵਾਸੀ ਨੇ। ਆਮੇਨ। ਇਹ ਚੱਲਦੇ ਨੇ ਪਿਆਰ ਦੇ ਵਿੱਚ, ਇਹ ਚੱਲਦੇ ਨੇ ਕੰਪੈਸ਼ਨ ਦੇ ਵਿੱਚ, ਇਹ ਚੱਲਦੇ ਨੇ ਮਾਫੀ ਦੇ ਵਿੱਚ, ਇਹ ਚੱਲਦੇ ਨੇ ਧੀਰਜ ਦੇ ਵਿੱਚ, ਇਹ ਚੱਲਦੇ ਨੇ ਸਹਿ ਸਾ ਕੇ,
ਇਹ ਚੱਲਦੇ ਨੇ ਰੋ ਕੇ, ਇਹ ਚੱਲਦੇ ਨੇ ਲੋਕਾਂ ਦੇ ਲਈ ਪ੍ਰੇਰਣਾ ਕਰ ਕਰਕੇ, ਇਹ ਚੱਲਦੇ ਨੇ ਬਰਕਤਾਂ ਵੰਡ ਕੇ। ਇਹ ਕਦੇ ਕਿਸੇ ਦਾ ਮਾਰਾ ਨਹੀਂ ਸੋਚਦੇ, ਇਹ ਕਦੇ ਕਿਸੇ ਨੂੰ ਮਾਰਨਾ ਨਹੀਂ ਚਾਹੁੰਦੇ। ਜੇ ਇੱਕ ਗੱਲ ਤੇ ਵੀ ਕੋਈ ਚਪੇੜ ਮਾਰੇ ਉਹ ਦੂਜੀ ਮੂਹਰੇ ਕਰ ਦਿੰਦੇ ਨੇ ਵੀ ਕੋਈ ਨਹੀਂ ਮਾਰ ਲਾ, ਲੇਕਿਨ ਯਿਸੂ ਨੂੰ ਸਵੀਕਾਰ ਕਰ ਲਾ, ਤੂੰ ਬਚ ਜਾਏਗਾ, ਹਨਾ, ਤੈਨੂੰ ਮੁਕਤੀ ਮਿਲ ਜਾਵੇਗੀ। ਇਹਨਾਂ ਦੇ ਮੂੰਹ 'ਚ ਕਦੇ ਵੀ ਕੋਈ ਮਾੜਾ ਸ਼ਬਦ ਨਹੀਂ ਆਇਆ ਕਿਸੇ ਦੇ ਖਿਲਾਫ, ਇਹਨਾਂ ਦੇ ਮੂੰਹ ਦੇ ਵਿੱਚ ਕਦੇ ਕੋਈ ਮਾੜੀ ਗੱਲ ਨਹੀਂ ਆਈ ਕਿਸੇ ਦੇ ਖਿਲਾਫ। ਇਹ ਕਿਸੇ ਨੂੰ ਖਿਲਾਫਦੇ ਨਹੀਂ ਗੇ, ਇਹ ਕਿਸੇ ਨੂੰ ਤਿਆਗਦੇ ਨਹੀਂ ਗੇ, ਇਹ ਕਿਸੇ ਨੂੰ ਠੁਕਰਾਉਂਦੇ ਨਹੀਂ ਗੇ, ਇਹ ਕਿਸੇ ਨੂੰ ਮਾਰਦੇ ਨਹੀਂ ਗੇ, ਇਹ ਕਿਸੇ ਨੂੰ ਸ਼ਰਾਪ ਨਹੀਂ ਦਿੰਦੇ, ਇਹ ਕਿਸੇ ਨੂੰ ਮਾੜੇ ਬੋਲ ਨਹੀਂ ਬੋਲਦੇ, ਇਹ ਕਿਸੇ ਨੂੰ ਗਾਲ ਨਹੀਂ ਕੱਢਦੇ, ਇਹ ਚੁੱਕ ਕੇ ਚੱਲਦੇ ਨੇ। ਇਹ ਖੁਦ ਪਰਮੇਸ਼ਰ ਦੇ ਪਿਆਰ ਦੇ ਥੱਲੇ ਆਏ ਹੋਏ ਲੋਕ ਨੇ। ਆਮੇਨ। ਇਹ ਪਰਮੇਸ਼ਰ ਦੀ ਕੌਮ ਆ। ਜਿੰਨੇ ਵੀ ਦੁਨੀਆ ਦੇ ਵਿੱਚ ਕਿਤੇ ਵੀ ਟੈਰਰਿਸਟ ਦਾ ਨਾਮ ਆਂਦਾ ਆ, ਕਦੇ ਵੀ ਤੁਸੀਂ ਕੋਈ ਵਿਸ਼ਵਾਸੀ, ਕਦੇ ਵੀ ਕੋਈ ਕ੍ਰਿਸਚੀਅਨ, ਕਦੇ ਵੀ ਕੋਈ ਪ੍ਰਭੂ ਦੇ ਲਹੂ ਦੇ ਨਾਲ ਧੋਤਾ ਹੋਇਆ ਉਹਦਾ ਨਾਮ ਉਹਦੇ ਵਿੱਚ ਨਹੀਂ ਦਿਖੋਗੇ। ਇਹ ਟੈਰਰਿਸਟ ਨਹੀਂ ਗੇ, ਇਹ ਮਾਰਨ ਵਾਲੇ ਨਹੀਂ ਗੇ, ਇਹ ਮਰਨ ਵਾਲੇ ਨੇ, ਇਹ ਜਾਨਾਂ ਦੇਣ ਵਾਲੇ ਨੇ, ਇਹ ਜਾਨਾਂ ਬਚਾਉਣ ਵਾਲੇ ਨੇ, ਇਹ ਪਰਮੇਸ਼ਰ ਦਾ ਨਾਮ ਉੱਚਾ ਕਰਨ ਵਾਲੇ ਨੇ, ਇਹ ਬਿਮਾਰਾਂ ਲਈ ਪ੍ਰੇਰ ਕਰਨ ਵਾਲੇ ਨੇ ਤਾਂ ਕਿ ਬਿਮਾਰ ਚੰਗੇ ਹੋ ਜਾਣ, ਇਹ ਬਦਰੂਆਂ ਕੱਢਣ ਵਾਲੇ ਨੇ ਤਾਂ ਕਿ ਬਦਰੂਆਂ ਕੱਢ ਨਿਕਲ ਕੇ ਲੋਕ ਆਜ਼ਾਦ ਹੋ ਜਾਣ। ਇਹਨਾਂ ਨੇ ਨਾ ਕਦੇ ਗਵਰਨਮੈਂਟ ਖਿਲਾਫ ਆਵਾਜ਼ ਉਠਾਈ ਆ, ਨਾ ਕਦੇ ਕਿਸੇ ਧਰਮ ਦੇ ਖਿਲਾਫ ਆਵਾਜ਼ ਉਠਾਈ ਆ, ਇਹਨਾਂ ਨੇ ਨਾ ਕਦੇ ਕਿਸੇ ਪਰਿਵਾਰ ਦੇ ਖਿਲਾਫ ਆਵਾਜ਼ ਉਠਾਈ ਆ। ਇਹ ਚੁੱਪ ਕਰਕੇ ਗੋਡੀਆਂ ਲਾ ਕੇ ਪਰਮੇਸ਼ਰ ਤੋਂ ਬਰਕਤਾਂ ਮੰਗਦੇ ਨੇ, ਆਪਣੀ ਗਵਰਨਮੈਂਟ ਦੇ ਵਾਸਤੇ, ਆਪਣੇ ਦੋਸਤਾਂ ਮਿੱਤਰਾਂ ਵਾਸਤੇ, ਆਪਣੇ ਪਰਿਵਾਰਾਂ ਵਾਸਤੇ, ਆਪਣੇ ਕੌਮ ਦੇ ਵਾਸਤੇ, ਆਪਣੇ ਕਲਚਰ ਦੇ ਵਾਸਤੇ। ਆਮੇਨ। ਲੇਕਿਨ ਇਹ ਕੌਣ ਨੇ? ਇਹ ਪ੍ਰਭੂ ਯਿਸੂ ਮਸੀਹ ਜੀ ਦੇ ਸੇਵਕ ਨੇ, ਉਹਦੀਆਂ ਧੀਆਂ ਨੇ, ਉਹਦੇ ਪੁੱਤਰ ਨੇ, ਇਹ ਉਹਦਾ ਸ਼ਰੀਰ ਨੇ, ਇਹ ਜਿਉਂਦਾ ਮੰਦਰ ਨੇ, ਉਸ ਪਰਮਾਤਮਾ ਦਾ ਜਿਉਂਦਾ ਮੰਦਰ ਨੇ। ਇਹਦੇ ਚਾਰੋਂ ਪਾਸੇ ਪਰਮੇਸ਼ਰ ਦੇ ਦੂਤ ਲੱਗੇ ਹੋਏ ਨੇ, ਪਰਮੇਸ਼ਰ ਦੀਆਂ ਅੱਖ ਦੀਆਂ ਪੁਤਲੀਆਂ ਨੇ। ਇਹਨਾਂ ਦਾ ਨਾਮ ਪ੍ਰਭੂ ਨੇ ਆਪਣੇ ਹੱਥਾਂ ਤੇ ਲਿਖਿਆ ਹੋਇਆ। ਇਹ ਖਾਸ ਕੌਮ ਆ, ਇਹ ਬਰਕਤ ਵਾਲੀ ਕੌਮ ਆ। ਆਮੇਨ। ਇਹਦੇ ਨਾਲ ਜੇ ਕਿਸੇ ਨੇ ਪੰਗਾ ਲੈ ਲਿਆ, ਉਹਦੇ ਲਈ ਦੁਆ ਕੀਤੀ ਜਾਵੇ ਕਿ ਪ੍ਰਭੂ ਨੂੰ ਮਾਫ ਕਰੇ। ਦੁਸ਼ਮਣਾਂ ਲਈ ਦੁਆ ਕਰੋ, ਰੋ ਕੇ ਦੁਆ ਕਰੀਏ ਉਹਨਾਂ ਲਈ ਕਿ ਪ੍ਰਭੂ ਮਾਫ ਕਰੇ ਤੇ ਪ੍ਰਭੂ ਨੂੰ ਮਾਫ ਕਰ ਦੇਗਾ। ਜਿਹਦੇ ਲਈ ਦੁਆ ਨਹੀਂ ਹੋਈ ਉਹਦਾ ਹਾਲ ਹੋਵੇਗਾ ਕੁਛ। ਪ੍ਰਭੂ ਬਣਾਓ, ਦੁਆ ਕਰੋ ਕਿ ਕਿਸੇ ਦਾ ਕੋਈ ਮਾੜਾ ਹਾਲ ਨਾ ਹੋਵੇ। ਪ੍ਰਭੂ ਸਭ ਨੂੰ ਬਰਕਤ ਦੇਵੇ, ਆਸ਼ੀਰਵਾਦ ਦੇਵੇ, ਸਭ ਨੂੰ ਬਚਾ ਲਓ। ਜੇ ਕੋਈ ਬਾਹਰਲਾ ਇਹ ਮੈਸੇਜ ਨੂੰ ਸੁਣ ਰਿਹਾ ਆ ਤੇ ਮੈਂ ਤੁਹਾਨੂੰ ਹੱਥ ਜੋੜ ਕੇ ਰਿਕੁਐਸਟ ਕਰਾਂਗਾ, ਤੁਸੀਂ ਇਸ ਸਰੀਰ ਤੋਂ, ਇਸ ਮੰਦਰ ਤੋਂ ਦੂਰ ਹੀ ਰਹੋ। ਤੁਸੀਂ ਆਪਣਾ ਦਿਲ ਖੋਲ ਕੇ ਸੱਚੇ ਪਰਮਾਤਮਾ ਨੂੰ ਸਵੀਕਾਰ ਕਰ ਲਓ, ਲੇਕਿਨ ਕਿਸੇ ਵੀ ਹਾਲਤ ਦੇ ਨਾਲ ਇਸ ਦੇ ਖਿਲਾਫ ਜਾਂ ਪਵਿੱਤਰ ਆਤਮਾ ਦੇ ਖਿਲਾਫ ਜਾਂ ਪ੍ਰਭੂ ਯਿਸੂ ਮਸੀਹ ਦੀ ਦੁਲਹਨ ਦੇ ਖਿਲਾਫ ਜਾਂ ਪ੍ਰਭੂ ਯਿਸੂ ਮਸੀਹ ਦੇ ਸਰੀਰ ਦੇ ਖਿਲਾਫ ਕੋਈ ਸ਼ਬਦ ਨਾ ਕੱਢੋ, ਕਿਉਂਕਿ ਇਹਦੇ ਵਿੱਚ ਬਰਕਤ ਆ। ਪ੍ਰਭੂ ਦਾ ਵਚਨ ਪੜਾਂਗੇ ਕੀ ਲਿਖਿਆ ਆ। ਸੰਤ ਮਤੀ ਦਾ 18ਵਾਂ ਚੈਪਟਰ ਦੇਖਾਂਗੇ, ਉਹਦੇ 6ਵੇਂ ਤੋਂ ਲੈ ਕੇ 10ਵੇਂ ਵਰਸ ਤੱਕ ਜਾਵਾਂਗੇ ਆਪਾਂ। ਸੰਤ ਮਤੀ 18ਵਾਂ ਚੈਪਟਰ 6ਵੇਂ ਤੋਂ ਲੈ ਕੇ 10ਵੇਂ ਵਰਸ ਤੱਕ ਦੇਖਾਂਗੇ ਪੰਜਾਬੀ ਦੇ ਵਿੱਚ। ਜੀ ਹਾਂ, ਮੱਤੀ 18 6 ਤੋਂ 10। ਉਹ ਆਦਮੀ ਜਿਹੜਾ ਇਹਨਾਂ ਛੋਟਿਆਂ ਵਿੱਚੋਂ ਜੋ ਮੇਰੇ ਉੱਤੇ ਵਿਸ਼ਵਾਸ ਕਰਦੇ ਹਨ ਕਿਸੇ ਇੱਕ ਨੂੰ ਗਲਤ ਰਾਹ ਉੱਤੇ ਪਾਉਂਦਾ ਹੈ, ਉਸ ਲਈ ਇਹ ਚੰਗਾ ਹੈ ਕਿ ਉਸ ਦੇ ਗਲ ਵਿੱਚ ਇੱਕ ਚੱਕੀ ਦਾ ਪੁੜ ਬੰਨ੍ਹ ਕੇ ਸਮੁੰਦਰ ਵਿੱਚ ਸੁੱਟ ਦਿੱਤਾ ਜਾਵੇ। ਸੰਸਾਰ ਦੇ ਲਈ ਅਫਸੋਸ ਹੈ ਕਿਉਂਕਿ ਇਸ ਵਿੱਚ ਲੋਕਾਂ ਨੂੰ ਗਲਤ ਰਾਹੇ ਪਾਉਣ ਵਾਲੀਆਂ ਚੀਜ਼ਾਂ ਹਨ। ਹਾਂ, ਇਹਨਾਂ ਦਾ ਹੋਣਾ ਜ਼ਰੂਰੀ ਹੈ, ਪਰ ਅਫਸੋਸ ਹੈ ਉਸ ਮਨੁੱਖ ਉੱਤੇ ਜੋ ਇਹਨਾਂ ਦਾ ਕਾਰਨ ਬਣਦਾ ਹੈ। ਇਸ ਲਈ ਜੇਕਰ ਤੇਰਾ ਹੱਥ ਜਾਂ ਪੈਰ ਤੈਨੂੰ ਗਲਤ ਰਾਹ ਉੱਤੇ ਪਾਵੇ ਤਾਂ ਉਸ ਨੂੰ ਵੱਢ ਕੇ ਸੁੱਟ ਦੇ, ਕਿਉਂਕਿ ਤੇਰੇ ਲਈ ਇਹ ਚੰਗਾ ਹੋਵੇਗਾ ਕਿ ਤੂੰ ਟੁੰਡਾ ਜਾਂ ਲੰਗੜਾ ਹੋ ਕੇ ਜੀਵਨ ਵਿੱਚ ਜਾਵੇਂ, ਬਜਾਏ ਇਸ ਦੇ ਕਿ ਤੂੰ 2 ਹੱਥ ਜਾਂ ਪੈਰ ਹੁੰਦਿਆਂ ਹੋਇਆਂ ਹਮੇਸ਼ਾ ਬਲਣ ਵਾਲੀ ਅੱਗ ਵਿੱਚ ਸੁੱਟਿਆ ਜਾਵੇਂ। ਇਸੇ ਤਰ੍ਹਾਂ ਜੇਕਰ ਤੇਰੀ ਅੱਖ ਤੈਨੂੰ ਗਲਤ ਰਾਹ ਉੱਤੇ ਪਾਉਂਦੀ ਹੈ ਤਾਂ ਉਸ ਨੂੰ ਕੱਢ ਕੇ ਸੁੱਟ ਦੇ, ਕਿਉਂਕਿ ਤੇਰੇ ਲਈ ਇਹ ਚੰਗਾ ਹੈ ਕਿ ਤੂੰ ਕਾਣਾ ਹੋ ਕੇ ਜੀਵਨ ਵਿੱਚ ਜਾਵੇਂ, ਬਜਾਏ ਇਸ ਦੇ ਕਿ 2 ਅੱਖਾਂ ਦੇ ਹੁੰਦਿਆਂ ਹੋਇਆਂ ਨਰਕ ਦੀ ਅੱਗ ਵਿੱਚ ਸੁੱਟਿਆ ਜਾਵੇਂ। ਤੁਸੀਂ ਇਹਨਾਂ ਛੋਟਿਆਂ ਵਿੱਚੋਂ ਕਿਸੇ ਨੂੰ ਘਟੀਆ ਨਾ ਸਮਝਣਾ, ਕਿਉਂਕਿ ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹਨਾਂ ਦੇ ਦੂਤ ਸਵਰਗ ਵਿੱਚ ਮੇਰੇ ਪਿਤਾ ਦੇ ਸਦਾ ਦਰਸ਼ਨ ਕਰਦੇ ਰਹਿੰਦੇ ਹਨ। ਲਿਖਿਆ ਹੈ ਕਿ ਇਹਨਾਂ ਦੇ ਦੂਤ ਪਰਮੇਸ਼ਰ ਦਾ ਚਿਹਰਾ ਲਗਾਤਾਰ ਦੇਖਦੇ ਨੇ। ਮਤਲਬ ਪਤਾ ਕੀ ਆ? ਮਤਲਬ ਜਿਹੜਾ ਦੂਤ ਹੈਗੇ ਉਹ ਇੰਨੀ ਛੇਤੀ ਟਰੈਵਲ ਕਰਦੇ ਨੇ, ਜਾਨੀ ਕਿ ਇਹਨਾਂ ਨਾਲ ਜੋ ਕੁਝ ਵੀ ਹੁੰਦਾ ਆ ਉਹਦੀ ਸੈਕਿੰਡ ਦੀ ਖਬਰ ਪਰਮੇਸ਼ਰ ਦੇ ਸਾਹਮਣੇ ਦਿੰਦੇ ਆ। ਸੈਕਿੰਡ ਦੀ ਖਬਰ ਪ੍ਰਭੂ ਦੇ ਅੱਗੇ ਦਿੰਦੇ ਨੇ ਦੂਤ। ਪਰਮੇਸ਼ਰ ਦੇ ਦੂਤ ਜਿਹੜੇ ਥੋੜੇ ਚਾਰੋਂ ਪਾਸੇ ਨੇ, तो हर एक प्रभु ਨੂੰ लगातार नोटिफिकेशन भेजते रहते हैं थोड़ी परमेश्वर लगातार अपडेट करते रहते हैं थोड़े बारे। आमीन। कुछ भी किसी ने कुछ कहता रब को पता लग गया, किसी ने कुछ करता रब को पता लग गया, कोई किसी ने कोई चलाकी बन गई रब को पता लग गया। बार बार रब के दूत दसते रहते हैं, तो वही दूत जोड़े ने रब को जो दसते हैं जाके वापस भी आते हैं संभालने के वास्ते
ਉਹਨਾਂ ਨੂੰ ਜਿਹੜੇ ਇਦਾਂ ਦੀਆਂ ਗਲਤੀਆਂ ਕਰਦੇ ਨੇ ਜਾਂ ਇਸ ਤਰ੍ਹਾਂ ਦੀਆਂ ਕਰਤੂਤਾਂ ਕਰਦੇ ਨੇ। ਆਮੇਨ। ਸੋ ਭਰਾਵੋ ਬਣੋ ਦੁਆ ਕਰੀਏ। ਪਰਮੇਸ਼ਰ ਦਾ ਵਚਨ ਆਖਦਾ ਆ ਚੰਗਾ ਹੈ ਕਿ ਉਹ ਪੈਦਾ ਨਾ ਹੋਏ ਹੁੰਦੇ। ਆਮੇਨ। ਹਾਂ, ਪਰਸੀਕਿਊਸ਼ਨਸ ਆਉਣਗੀਆਂ, ਮੁਸ਼ਕਲਾਂ ਆਉਣਗੀਆਂ, ਤਕਲੀਫਾਂ ਆਉਣਗੀਆਂ, ਲੇਕਿਨ ਹਾਏ ਹਾਏ ਜਿਸ ਕਾਰਨ ਆਉਣ, ਜੇ ਕਿਸੇ ਦੇ ਕਾਰਨ ਆਉਂਦੀਆਂ ਨੇ ਉਹਦਾ ਕੀ ਹਾਲ ਹੋਊਗਾ। ਯਾਦ ਰੱਖੋ, ਇਹ ਉਹ ਲੋਕ ਨੇ ਜਿਨ੍ਹਾਂ ਨੂੰ ਪਰਮੇਸ਼ਰ ਪ੍ਰਭੂ ਯਿਸੂ ਨੇ ਆਪਣਾ ਪਵਿੱਤਰ ਲਹੂ ਸਲੀਬ ਤੇ ਡੋਲ ਕੇ ਖਰੀਦਿਆ ਆ। ਇਹ ਬਰਕਤ ਵਾਲੀ ਕੌਮ ਆ, ਇਹ ਪਰਮੇਸ਼ਰ ਦਾ ਸ਼ਰੀਰ ਆ। ਵਾਓ, ਇਹਦੇ ਖਿਲਾਫ ਕੋਈ ਚੀਜ਼ ਵੀ ਨਹੀਂ ਆ ਸਕਦੀ, ਨਾ ਖੜ ਸਕਦੀ। ਦੇਸ਼ਾਂ ਦੇ ਦੇਸ਼ ਖਤਮ ਕਰ ਦਿੱਤੇ ਜਾਣਗੇ, ਕੌਮਾਂ ਦੀਆਂ ਕੌਮਾਂ ਖਤਮ ਕਰ ਦਿੱਤੀਆਂ ਜਾਣਗੀਆਂ ਜਿਹੜੀਆਂ ਇਹਦੇ ਖਿਲਾਫ ਕਰਨ ਦੀ ਕੋਸ਼ਿਸ਼ ਕਰਨਗੀਆਂ। ਜੇ ਵਿਸ਼ਵਾਸ ਨਹੀਂ ਹੈ ਤਾਂ ਤੁਸੀਂ ਬਾਈਬਲ ਚੱਕੋ, ਬਾਈਬਲ ਚ ਪੜ੍ਹ ਕੇ ਦੇਖੋ, ਬਾਈਬਲ ਵਿੱਚ ਪੁਰਾਣੇ ਬਾਈਬਲ ਦੇ ਵਿੱਚ ਪੜ੍ਹ ਕੇ ਦੇਖੋ, ਕੌਮਾਂ ਦੀਆਂ ਕੌਮਾਂ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਹੈ ਇਹਦੇ ਖਿਲਾਫਤ ਕਰਨ ਦੀ, ਉਹ ਖਤਮ ਹੋ ਗਏ, ਡਿਸਟਰੋਏ ਕਰ ਦਿੱਤੇ ਗਏ। ਆਮੇਨ। ਸੋ ਪ੍ਰਭੂ ਦੇ ਪੜੋ, ਇਹ ਪ੍ਰਭੂ ਦਾ ਵਚਨ ਹੈ ਜਿਹੜਾ ਇਸ ਵਚਨ ਦੇ ਵਿੱਚ ਪਰਮੇਸ਼ਰ ਦਾ ਸਾਹ ਆ। ਜਦੋਂ ਵਚਨ ਨੂੰ ਪੜ੍ਹਦੇ ਆ, ਪਰਮੇਸ਼ਰ ਦੇ ਸਾਹ ਨੂੰ ਆਪਾਂ ਆਪਣੇ ਵਿੱਚ ਹੋਰ ਵਧਾਉਂਦੇ ਆ, ਯਾਨੀ ਕਿ ਪ੍ਰਭੂ ਦਾ ਸਾਹ ਆਪਣੇ ਵਿੱਚ ਵਧਦਾ ਆ। ਆਪਾਂ ਪਰਮੇਸ਼ਰ ਦੇ ਸਾਹ ਦੇ ਨਾਲ, ਪਰਮੇਸ਼ਰ ਦੀ ਹਜ਼ੂਰੀ ਦੇ ਨਾਲ, ਪਰਮੇਸ਼ਰ ਦੇ ਮਸਾ ਦੇ ਨਾਲ ਭਰੀ ਰਹਿੰਦੇ ਆ ਆਪਣੇ ਆਪ ਨੂੰ, ਤੇ ਆਪਾਂ ਪਰਮੇਸ਼ਰ ਦੇ ਜਿਉਂਦੇ ਜਾਗਦੇ ਮੰਦਰ ਆ। ਆਮੇਨ। ਜਿਹਦੇ ਵਿੱਚ ਪਰਮੇਸ਼ਰ ਦਾ ਸਾਹ ਵਸਦਾ ਆ। ਤਾਂ ਹੀ ਜ਼ਰੂਰੀ ਆ ਵੱਧ ਤੋਂ ਵੱਧ ਰੱਬ ਦਾ ਵਚਨ ਪੜ੍ਹੀਏ, ਵੱਧ ਤੋਂ ਵੱਧ ਰੱਬ ਦਾ ਸ਼ਬਦ ਪੜ੍ਹੀਏ। ਰੱਬ ਦੇ ਸ਼ਬਦ ਨੇ ਜਿਹੜੇ ਤੁਹਾਡੇ ਵਿੱਚ ਆਣਗੇ, ਉਹ ਰੱਬ ਦਾ ਸਾਹ ਲੈ ਕੇ ਆਣਗੇ। ਰੱਬ ਦਾ ਸ਼ਬਦ ਨਾਲ ਭਰੇ ਗਏ, ਰੱਬ ਦੇ ਸਾਹ ਨਾਲ ਭਰੇ ਗਏ। ਜਿਹੜਾ ਰੱਬ ਦਾ ਸਾਹ ਨਾਲ ਭਰਿਆ ਗਿਆ, ਉਹ ਰੱਬ ਦੀ ਹਜ਼ੂਰੀ ਨਾਲ ਭਰਿਆ ਗਿਆ। ਜਿਹੜਾ ਰੱਬ ਦੀ ਹਜ਼ੂਰੀ ਨਾਲ ਭਰ ਗਿਆ, ਉਹਦੇ ਵਿੱਚ ਰੱਬ ਵਸ ਰਿਹਾ ਆ, ਰੱਬ ਵਾਸ ਕਰ ਰਿਹਾ ਆ, ਰੱਬ ਦੀ ਹਜ਼ੂਰੀ ਵਾਸ ਕਰ ਰਹੀ ਆ। ਉਹਦੇ ਖਿਲਾਫ ਕੋਈ ਖੜ ਨਹੀਂ ਸਕਦਾ, ਉਹਦੇ ਖਿਲਾਫ ਕੋਈ ਚੀਜ਼ ਚੱਲ ਨਹੀਂ ਸਕਦੀ। ਉਹ ਬਰਕਤ ਹੀ ਬਰਕਤ ਪ੍ਰਾਪਤ ਕਰੇਗਾ, ਉਹ ਤਰੱਕੀ ਪ੍ਰਾਪਤ ਕਰੇਗਾ, ਉਹ ਆਸ਼ੀਰਵਾਦ ਥੱਲੇ ਆ। ਇਹ ਵਚਨ ਦੱਸਦਾ ਹੈ ਪਰਮੇਸ਼ਰ। ਉਹ ਪੜਾਂਗੇ ਪ੍ਰਭੂ ਦੇ ਵਚਨ ਚੋਂ ਜ਼ਬੂਰ ਚੈਪਟਰ 91 ਜਾਵਾਂਗੇ। ਜ਼ਬੂਰ 91 ਉਹਦਾ 7ਵਾਂ ਤੇ 8ਵਾਂ ਵਰਸ ਦੇਖਾਂਗੇ ਆਪਾਂ ਪੰਜਾਬੀ ਦੇ ਵਿੱਚ। ਜੀ ਹਾਂ, ਭਜਨ 91 ਵਰਸ 7 ਤੇ 8। ਅਣਗਿਣਤ ਲੋਕ ਤੇਰੇ ਕੋਲ ਅਤੇ ਹਜ਼ਾਰਾਂ ਤੇਰੇ ਚਾਰੇ ਪਾਸੇ ਡਿੱਗਣਗੇ, ਪਰ ਤੇਰਾ ਵਾਲ ਵਿੰਗਾ ਤੱਕ ਨਹੀਂ ਹੋਵੇਗਾ। ਤੂੰ ਆਪਣੀਆਂ ਅੱਖਾਂ ਨਾਲ ਦੇਖੇਂਗਾ ਕਿ ਦੁਸ਼ਟਾਂ ਨੂੰ ਉਹਨਾਂ ਦੇ ਕੀਤੇ ਦਾ ਬਦਲਾ ਕਿਸ ਤਰ੍ਹਾਂ ਮਿਲਦਾ ਹੈ। ਵਾਓ, ਇਹ ਬੜਾ ਫੇਮਸ ਵਰਸ ਹੈਗਾ ਯਾਰ। ਆਪਾਂ ਬਹੁਤ ਦਫਾ ਪੜਿਆ ਹੈ ਵਰਸ ਵੀ 1000 ਤੇਰੇ ਖੱਬੇ ਡਿੱਗਣਗੇ, 10,000 ਤੇਰੇ ਸੱਜੇ ਡਿੱਗਣਗੇ। ਆਮੇਨ। ਲੇਕਿਨ ਕੋਈ ਚੀਜ਼ ਤੈਨੂੰ ਛੂ ਨਹੀਂ ਸਕੇਗੀ। ਹਮੇਸ਼ਾ ਸੋਚਦੇ ਸੀਗੇ ਕਿ ਇੱਥੇ ਬਦਲੂਆਂ ਦੀ ਗੱਲ ਹੋ ਰਹੀ ਹੈ ਕਿ ਬਦਲੂਆਂ ਜਿਹੜੀਆਂ ਚੱਲਣਗੀਆਂ ਜਾਂ ਬਦਲੂਆਂ ਤੇ ਖੱਬੇ ਡਿੱਗਣਗੀਆਂ, 10,000 ਤੇਰੇ ਸੱਜੇ ਡਿੱਗਣਗੀਆਂ, ਲੇਕਿਨ ਤੈਨੂੰ ਕੋਈ ਛੂ ਨਹੀਂ ਸਕਣਗੀਆਂ। ਲੇਕਿਨ 8ਵੇਂ ਵਰਸ ਵਿੱਚ ਲਿਖਿਆ ਆ ਵਚਨ ਪ੍ਰਭੂ ਨੇ ਕਿਹਾ ਆ ਕਿ ਉਹਨਾਂ ਮਨੁੱਖਾਂ ਦਾ, ਉਹ ਈਵਲ ਕੌਮ ਦਾ, ਜਾਣੀ ਕਿ ਇੱਥੇ ਇਨਸਾਨਾਂ ਦੀ ਗੱਲ ਹੋ ਰਹੀ ਆ, ਇੱਥੇ ਲੋਕਾਂ ਦੀ ਗੱਲ ਹੋ ਰਹੀ ਆ ਜਿਹੜੇ ਤੇਰੇ ਖਿਲਾਫ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਨੇ। ਉਹਨਾਂ ਦੀ ਗੱਲ ਹੋ ਰਹੀ ਆ ਵੀ ਉਹ 1000 ਤੇਰੇ ਖੱਬੇ ਡਿੱਗ ਪੈਣਗੇ, 10,000 ਤੇਰੇ ਸੱਜੇ ਡਿੱਗ ਪੈਣਗੇ, ਲੇਕਿਨ ਤੈਨੂੰ ਕੁਝ ਨਹੀਂ ਕਰ ਪੈਣਗੇ। ਜਾਣੀ ਕਿ ਆਏ ਸੀ ਕਿ ਤੈਨੂੰ ਖਤਮ ਕਰਨ ਵਾਸਤੇ, ਆਏ ਸੀ ਤੇਰੇ ਤੇ ਹਮਲਾ ਕਰਨ ਵਾਸਤੇ, ਆਏ ਸੀ ਤੈਨੂੰ ਮਾਰਨ ਵਾਸਤੇ, ਆਏ ਸੀ ਤੇਰੇ ਉੱਤੇ ਗੋਲੀਆਂ ਚਲਾਉਣ ਵਾਸਤੇ, ਆਏ ਸੀ ਤੇਰੇ ਉੱਤੇ ਤੀਰਾਂ ਜੜਨ ਵਾਸਤੇ, ਆਏ ਸੀ ਗੰਡਾਸੇ ਫੜ ਕੇ। ਲੇਕਿਨ ਜਿਹੜੇ ਆਏ ਸੀ, ਹਜ਼ਾਰਾਂ ਦੇ ਹਜ਼ਾਰ ਖੱਬੇ ਡਿੱਗ ਪਏ ਨੇ, ਹਜ਼ਾਰਾਂ ਦੇ ਹਜ਼ਾਰ ਸੱਜੇ ਡਿੱਗ ਪਏ ਨੇ, ਲੇਕਿਨ ਤੈਨੂੰ ਕੁਝ ਨਹੀਂ ਹੋਇਆ। ਕਿਉਂ? ਕਿਉਂਕਿ ਤੇਰੇ ਉੱਤੇ ਯਹੋਵਾ ਚਮਕ ਰਿਹਾ ਆ, ਪਰਮੇਸ਼ਰ ਦਾ ਚਾਨਣ ਤੇਰੇ ਉੱਤੇ ਚਮਕ ਰਿਹਾ ਆ, ਪਰਮੇਸ਼ਰ ਦੀ ਹਜ਼ੂਰੀ ਤੇਰੇ ਉੱਤੇ ਚਮਕ ਰਹੀ ਆ, ਪਰਮੇਸ਼ਰ ਦੇ ਦੂਤਾਂ ਨੇ ਤੈਨੂੰ ਪ੍ਰੋਟੈਕਟ ਕਰਕੇ ਰੱਖਿਆ ਹੋਇਆ। ਤੂੰ ਖਾਸ ਕੌਮ ਆ ਪਰਮੇਸ਼ਰ ਦੀ। ਆਮੇਨ। ਤੂੰ ਪਰਮੇਸ਼ਰ ਦਾ ਜਿੰਦਾ ਤੇ ਜਿਉਂਦਾ ਮੰਦਰ ਹੈ। ਪ੍ਰਭੂ ਦੇ ਪੈਰੋਂ ਤੁਸੀਂ ਕੀ ਚੀਜ਼ੋਂ? ਤੁਸੀਂ ਪ੍ਰਭੂ ਦੀ ਕੌਮ ਹੋ, ਪਰਮੇਸ਼ਰ ਦੀ ਖਾਸ ਕੌਮ ਹੋ, ਪਰਮੇਸ਼ਰ ਦੇ ਲਹੂ ਦੇ ਨਾਲ ਖਰੀਦੇ ਹੋਏ ਹੋ। ਤੁਹਾਡੇ ਵਿੱਚ ਰੱਬ ਦਾ ਵਚਨ ਬਸਦਾ ਆ, ਤੁਹਾਡੇ ਵਿੱਚ ਰੱਬ ਦਾ ਸਾਹ ਬਸਦਾ ਆ, ਤੁਹਾਡੀ ਬਰਕਤਾਂ ਰੱਬ ਦੀਆਂ ਤੁਹਾਡੇ ਉੱਤੇ ਨੇ। ਪ੍ਰਭੂ ਦੇ ਪੈਰੋਂ ਦੁਆ ਕਰੀਏ ਦੁਸ਼ਮਣਾਂ ਦੇ ਲਈ, ਦੁਆ ਕਰੀਏ ਜਿਹੜੇ ਸਤਾਉਂਦੇ ਨੇ, ਦੁਆ ਕਰੀਏ ਜਿਹੜੇ ਸਮਝਦੇ ਨਹੀਂ ਗੇ ਹਜੇ, ਦੁਆ ਕਰੀਏ ਜੇ ਕੋਈ ਗਲਤ ਬੋਲ ਰਿਹਾ ਹੈ ਉਹਨਾਂ ਲਈ ਦੁਆ ਕਰੀਏ। ਆਮੇਨ। ਤਾਂ ਕਿ ਪ੍ਰਭੂ ਉਹਨਾਂ ਨੂੰ ਬਚਾ ਲੇ, ਪ੍ਰਭੂ ਉਹਨਾਂ ਨੂੰ ਬਚਾ ਲੇ। ਦੁਆ ਕਰੀਏ ਉਹਨਾਂ ਦੇ ਲਈ। ਆਮੇਨ। ਆਓ ਦੇਖਾਂਗੇ ਪਰਮੇਸ਼ਰ ਦੇ ਵਚਨ ਚੋਂ ਜੈਨੇਸਿਸ ਚੈਪਟਰ 12 ਪਹਿਲੇ 3 ਵਰਸ ਪੜਾਂਗੇ ਉਹਦੇ ਵਿੱਚ ਪੰਜਾਬੀ ਦੇ ਵਿੱਚ। ਜੀ ਹਾਂ, ਉਤਪਤ 12 1 ਤੋਂ 3। ਪ੍ਰਭੂ ਨੇ ਅਬਰਾਮ ਨੂੰ ਕਿਹਾ, ਤੂੰ ਆਪਣੇ ਦੇਸ਼, ਸੰਬੰਧੀਆਂ ਅਤੇ ਪਿਤਾ ਦੇ ਘਰ ਨੂੰ ਛੱਡ ਕੇ ਉਸ ਧਰਤੀ ਤੇ ਜਾ ਜਿਸ ਬਾਰੇ ਮੈਂ ਤੈਨੂੰ ਦੱਸਾਂਗਾ। ਮੈਂ ਤੇਰੇ ਤੋਂ ਇੱਕ ਵੱਡੀ ਕੌਮ ਪੈਦਾ ਕਰਾਂਗਾ। ਮੈਂ ਤੈਨੂੰ ਅਸੀਸ ਦੇਵਾਂਗਾ ਕਿ ਤੇਰਾ ਨਾਂ ਉੱਚਾ ਹੋਵੇ ਅਤੇ ਤੂੰ ਅਸੀਸ ਦਾ ਕਾਰਨ ਬਣੇ। ਤੇਰੇ ਅਸੀਸ ਦੇਣ ਵਾਲਿਆਂ ਨੂੰ ਮੈਂ ਅਸੀਸ ਦੇਵਾਂਗਾ, ਪਰ ਤੇਰੇ ਸਰਾਪ ਦੇਣ ਵਾਲਿਆਂ ਨੂੰ ਮੈਂ ਸਰਾਪ ਦੇਵਾਂਗਾ। ਤੇਰੇ ਦੁਆਰਾ ਧਰਤੀ ਦੇ ਸਭ ਲੋਕ ਅਸੀਸ ਪ੍ਰਾਪਤ ਕਰਨਗੇ। ਦੇਖਿਆ ਤੁਸੀਂ, ਪ੍ਰਭੂ ਦਾ ਵਚਨ ਕਹਿੰਦਾ ਆ ਇਜ਼ਰਾਈਲ ਦੇ ਵਾਸਤੇ ਭਵਿੱਖਬਾਣੀ ਆ
ਇਜ਼ਰਾਈਲ ਦੇ ਵਾਸਤੇ ਪ੍ਰੋਫੈਸੀ ਆ ਕਿ ਬਰਕਤ ਵਾਲੇ ਹੋਣਗੇ ਉਹ ਜਿਹੜੇ ਤੈਨੂੰ ਬਰਕਤ ਦੇਣਗੇ, ਧਨ ਹੋਣਗੇ ਉਹ ਜਿਹੜੇ ਤੈਨੂੰ ਧਨ ਕਹਿਣਗੇ, ਲੇਕਿਨ ਸ਼ਰਾਪੀ ਹੋਣਗੇ ਉਹ ਜਿਹੜੇ ਤੈਨੂੰ ਸ਼ਰਾਪ ਦੇਣਗੇ। ਤੇ ਇੱਥੇ ਪ੍ਰਭੂ ਤੇ ਬਣੋ ਲਿਖਿਆ ਆ ਸਾਰੀਆਂ ਕੌਮਾਂ ਦੇ ਵਾਸਤੇ, ਯਾਨੀ ਕਿ ਉਹ ਸਾਰੀਆਂ ਕੌਮਾਂ ਬਰਕਤ ਵਾਲੀਆਂ ਹੋਣਗੀਆਂ ਜਿਹੜੀਆਂ ਤੈਨੂੰ ਬਰਕਤ ਦੇਣਗੀਆਂ। ਉਹ ਸਾਰੀਆਂ ਕੌਮਾਂ ਬਰਕਤ ਪ੍ਰਾਪਤ ਕਰਨਗੇ ਜਿਹੜੇ ਤੈਨੂੰ ਬਰਕਤ ਦੇਣਗੀਆਂ। ਜਿਹੜਾ ਤੇਰੇ ਖਿਲਾਫ ਆ ਗਿਆ ਉਹ ਰੱਬ ਦੇ ਖਿਲਾਫ ਹੋ ਗਿਆ ਤੇ ਰੱਬ ਉਹਦੇ ਖਿਲਾਫ ਆ ਗਿਆ। ਜਿਹੜਾ ਤੈਨੂੰ ਸ਼ਰਾਬ ਦੇਣ ਦੀ ਕੋਸ਼ਿਸ਼ ਕਰ ਰਿਹਾ, ਤੈਨੂੰ ਪਰਸੀਕਿਊਟ ਕਰਨ ਦੀ ਕੋਸ਼ਿਸ਼ ਕਰ ਰਿਹਾ, ਤੈਨੂੰ ਤੰਗ ਕਰਨ ਦੀ ਕੋਸ਼ਿਸ਼ ਕਰ ਰਿਹਾ, ਤੈਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਿਹਾ, ਮੈਂ ਵੀ ਤੇਰੇ ਕੰਮ ਤੇ, ਮੈਂ ਵੀ ਤੇਰੇ ਘਰ ਦੇ ਵਿੱਚ, ਉਹਦਾ ਹਾਲ ਹੋਏਗਾ ਬਹੁਤ ਹੀ ਬੁਰਾ। ਬੈਟਰ ਆ ਉਹਦੇ ਲਈ ਪ੍ਰੇ ਕਰਨੀ ਸ਼ੁਰੂ ਕਰ, ਬੈਟਰ ਆ ਉਹਨਾਂ ਲਈ ਦੁਆਵਾਂ ਕਰਨੀਆਂ ਸ਼ੁਰੂ ਕਰੀਏ। ਆਮੀਨ। ਇੱਕ ਹੋਰ ਵਰਸ ਪੜਾਂਗੇ ਆਪਾਂ, ਗਿਣਤੀ 24:9। ਉਹ ਸ਼ਕਤੀਸ਼ਾਲੀ ਸ਼ੇਰ ਦੇ ਵਾਂਗ ਬੈਠਾ ਹੈ, ਉਹ ਸੁੱਤੀ ਸ਼ੇਰਨੀ ਦੇ ਵਾਂਗ ਹੈ, ਕੌਣ ਉਸ ਨੂੰ ਜਗਾ ਸਕਦਾ ਹੈ? ਇਜ਼ਰਾਈਲੀ ਕੌਮ ਨੂੰ ਅਸੀਸ ਦੇਣ ਵਾਲਾ ਅਸੀਸਤ ਹੋਵੇਗਾ, ਪਰ ਉਸ ਨੂੰ ਸਰਾਪ ਦੇਣ ਵਾਲਾ ਆਪ ਸਰਾਪੀ ਠਹਿਰੇਗਾ। ਕਲੀਅਰ ਹੋ ਗਿਆ। ਇੱਥੇ ਜਿਹੜੀ ਪ੍ਰੋਫੈਸੀ ਹੈਗੀ ਆ ਸਿਰਫ ਕੱਲੇ ਇਜ਼ਰਾਈਲ ਵਾਸਤੇ ਨਹੀਂ। ਇਹ ਜਿਹੜਾ ਸ਼ੇਰ ਸੁੱਤਾ ਪਿਆ ਆ, ਇਹ ਜਿਹੜਾ ਸ਼ੇਰ ਤੇ ਸ਼ੇਰਨੀ ਦੀ ਗੱਲ ਹੋ ਰਹੀ ਆ, ਇੱਥੇ ਇਜ਼ਰਾਈਲ ਦੀ ਗੱਲ ਹੋ ਰਹੀ ਹੈ। ਤੇ ਇਜ਼ਰਾਈਲ ਦੇ ਵਿੱਚੋਂ ਪਰਮੇਸ਼ਰ ਨੇ ਜਿਹੜਾ ਵਚਨ ਪਹਿਲਾਂ ਪੜ੍ਹ ਕੇ ਗਏ ਆ, ਅਬਰਾਮ ਦੇ ਨਾਲ ਪ੍ਰਭੂ ਨੇ ਵਾਅਦਾ ਕੀਤਾ ਸੀਗਾ। ਅਬਰਾਮ ਨੂੰ ਕਿਹਾ ਸੀ ਵੀ ਤੇਰੇ ਥਾਈਂ ਦੀ ਜਿਹੜਾ ਮੈਂ ਨੇਸ਼ਨ ਖੜਾ ਕਰਾਂਗਾ, ਜਿਹੜਾ ਮੈਂ ਦੇਸ਼ ਖੜਾ ਕਰਾਂਗਾ, ਉਹ ਸਾਰੀਆਂ ਦੁਨੀਆ ਦੀਆਂ ਸਾਰੀਆਂ ਕੌਮਾਂ ਉਹਦੇ ਥਾਈਂ ਬਰਕਤ ਪ੍ਰਾਪਤ ਕਰਨਗੀਆਂ। ਕਿਹਦੀ ਗੱਲ ਹੋ ਰਹੀ ਸੀ? ਕੱਲੇ ਇਜ਼ਰਾਈਲ ਦੀ ਗੱਲ ਹੋ ਰਹੀ ਸੀ? ਨਹੀਂ, ਇਹ ਚਰਚ ਦੀ ਗੱਲ ਹੋ ਰਹੀ ਸੀ, ਇਹ ਬੋਡੀ ਆਫ ਕ੍ਰਾਈਸਟ ਦੀ ਗੱਲ ਹੋ ਰਹੀ ਸੀ, ਇਹ ਤੁਹਾਡੀ ਤੇ ਮੇਰੀ ਗੱਲ ਹੋ ਰਹੀ ਸੀ। ਆਮੀਨ। ਜਾਨੀ ਕਿ ਜਿਹੜਾ ਵੀ ਮਨੁੱਖ ਤੁਹਾਨੂੰ ਬਰਕਤ ਦੇਵੇਗਾ ਉਹ ਬਰਕਤ ਪ੍ਰਾਪਤ ਕਰ ਲੇਗਾ। ਜਿਹੜਾ ਵੀ ਮਨੁੱਖ ਚਰਚ ਨੂੰ ਬਰਕਤ ਦੇਵੇਗਾ ਉਹ ਬਰਕਤ ਪ੍ਰਾਪਤ ਕਰ ਲੇਗਾ। ਜਿਹੜਾ ਮਨੁੱਖ ਚਰਚ ਨੂੰ ਸ਼ਰਾਪ ਦੇਣ ਦੀ ਕੋਸ਼ਿਸ਼ ਕਰੇਗਾ, ਚਰਚ ਨੂੰ ਤੰਗ ਕਰਨ ਦੀ ਕੋਸ਼ਿਸ਼ ਕਰੇਗਾ, ਸੇਵਕਾਂ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰੇਗਾ, ਵਿਸ਼ਵਾਸੀਆਂ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰੇਗਾ, ਉਹਦੇ ਤੇ ਐਸੀਆਂ ਪਰੇਸ਼ਾਨੀਆਂ ਆਣਗੀਆਂ ਤੇ ਉਹ ਚੰਗਾ ਹੋਵੇ ਜੇ ਜਨਮ ਨਾ ਹੀ ਲੈਂਦਾ ਤਾਂ ਚੰਗਾ ਸੀਗਾ। ਲੇਕਿਨ ਬਚਨ ਕਹਿੰਦਾ ਕਿ ਉਹਦੇ ਲਈ ਦੁਆ ਕਰੀਏ, ਪ੍ਰਭੂ ਕਹਿੰਦਾ ਉਹਨਾਂ ਨੂੰ ਮਾਫ ਕਰੀਏ, ਪਰਮੇਸ਼ਰ ਤੋਂ ਕਿਰਪਾ ਮੰਗੀਏ ਉਹਨਾਂ ਲਈ, ਪਰਮੇਸ਼ਰ ਤੋਂ ਦਇਆ ਮੰਗੀਏ ਉਹਨਾਂ ਲਈ, ਤਾਂ ਕਿ ਪ੍ਰਭੂ ਬਚਾਏ ਜਾਣ। ਉਹਨਾਂ ਦੀ ਅੱਖਾਂ ਖੋਲ ਦੇ ਪਰਮੇਸ਼ਰ ਪਿਤਾ, ਤਾਂ ਕਿ ਉਹ ਬਚਾਏ ਜਾਣ, ਤਾਂ ਕਿ ਸਾਰੀਆਂ ਕੌਮਾਂ, ਦੁਨੀਆ ਦੀਆਂ ਸਾਰੀਆਂ ਕੌਮਾਂ ਚਰਚ ਨੂੰ ਬਲੈਸ ਕਰਕੇ ਬਰਕਤ ਪ੍ਰਾਪਤ ਕਰ ਲੈਣ, ਇਜ਼ਰਾਈਲ ਨੂੰ ਬਲੈਸ ਕਰਕੇ ਬਰਕਤ ਪ੍ਰਾਪਤ ਕਰ ਲੈਣ। ਪ੍ਰਭੂ ਤੇ ਪਹਿਲਾਂ ਇਹ ਉਹਨਾਂ ਦੀਆਂ ਜ਼ਿੰਦਗੀਆਂ 'ਚ ਹੁੰਦਾ ਆ ਜਿਹੜੇ ਵਿਸ਼ਵਾਸੀ ਨੇ, ਜਿਨ੍ਹਾਂ ਦੇ ਵਿੱਚ ਪਰਮੇਸ਼ਰ ਦਾ ਜਿਉਂਦਾ ਤੇ ਜਾਗਦਾ ਵਚਨ ਵਾਸ ਕਰਦਾ ਆ। ਆਮੀਨ। ਆਪਾਂ ਪੜ੍ਹ ਕੇ ਗਏ ਹੈਗੇ ਆ ਪਹਿਲਾਂ ਓਰੀਜਨਲੀ ਜਿਹੜਾ ਤਿਮੋਥੀ ਦੇ ਵਿੱਚ ਕਿ ਇਹ ਜਿਹੜੀ ਲੇਖਕ ਆ, ਇਹ ਜਿਹੜੀ ਕਿਤਾਬਾਂ ਨੇ ਸਾਰੀਆਂ, ਇਹ ਜਿਹੜਾ ਸ਼ਬਦ ਆ, ਇਹ ਪਰਮੇਸ਼ਰ ਦੇ ਰੂਹ ਦੇ ਨਾਲ ਲਿਖਿਆ ਗਿਆ ਆ, ਪਰਮੇਸ਼ਰ ਦੀ ਪਰਮਾਤਮਾ ਦੇ ਨਾਲ ਲਿਖਿਆ ਗਿਆ ਆ। ਆਮੀਨ। ਜਿਹੜਾ ਬੱਚੇ ਨੂੰ ਪੜ੍ਹਦਾ ਆ ਉਹਦੀ ਜ਼ਿੰਦਗੀ ਵੀ ਪਰਮੇਸ਼ਰ ਦੀ ਪਵਿੱਤਰ ਆਤਮਾ ਨਾਲ ਭਰਪੂਰ ਹੋ ਜਾਂਦੀ ਆ। ਗਾਂ ਲਿਖਿਆ ਆ ਇੰਗਲਿਸ਼ ਵਿੱਚ ਲਿਖਿਆ ਆ ਕਿ ਪ੍ਰੋਫਿਟੇਬਲ ਫॉर ਟੀਚਿੰਗ, ਯਾਨੀ ਕਿ ਇਹ ਲਾਭਦਾਇਕ ਆ ਸਿਖਾਉਣ ਦੇ ਵਾਸਤੇ। ਤੁਹਾਨੂੰ ਕਿਸੇ ਪਾਸੋਂ ਵੀ ਐਸੀ ਸਿੱਖਿਆ ਨਹੀਂ ਮਿਲ ਸਕਦੀ ਜਿੰਨੀ ਸਿੱਖਿਆ ਤੁਹਾਨੂੰ ਬਚਨ ਵਿੱਚੋਂ ਮਿਲੇਗੀ। ਜਿਹੜੇ ਬਚਨ ਨੂੰ ਪੜ੍ਹਦੇ ਨੇ, ਇੰਨੀ ਸਿੱਖਿਆ ਤੁਸੀਂ ਨਾ ਬਜ਼ੁਰਗਾਂ ਤੋਂ ਲਈ ਹੋਣੀ ਆ, ਇੰਨੀ ਸਿੱਖਿਆ ਨਾ ਤੁਹਾਨੂੰ ਮਾਂ-ਬਾਪ ਨੇ ਦਿੱਤੀ ਹੋਣੀ ਆ, ਇੰਨੀ ਸਿੱਖਿਆ ਨਾ ਆਪਾਂ ਟੀਚਰਾਂ ਤੋਂ ਜਾਂ ਆਪਣੇ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ ਹੋਣੀ ਆ। ਐਸੀ ਸਿੱਖਿਆ ਤੁਹਾਨੂੰ ਪਰਮੇਸ਼ਰ ਦੇ ਬਚਨ 'ਚੋਂ ਮਿਲਦੀ ਆ, ਕਿਉਂਕਿ ਇਹ ਪਰਮੇਸ਼ਰ ਦੇ ਬਚਨ 'ਚ ਪਰਮੇਸ਼ਰ ਦਾ ਰੂਹ ਵਸਦਾ ਆ। ਜਿਹੜਾ ਪ੍ਰਭੂ ਦੇ ਬਚਨ ਨੂੰ ਪੜ੍ਹਦਾ ਆ, ਪਰਮੇਸ਼ਰ ਦਾ ਰੂਹ ਨੂੰ ਸਿਖਾਉਂਦਾ ਆ, ਪਰਮੇਸ਼ਰ ਦਾ ਆਤਮਾ ਨੂੰ ਸਿਖਾਉਂਦਾ ਆ। ਉਹਦੇ ਮਨ ਵਿੱਚ, ਉਹਦੇ ਦਿਲ ਵਿੱਚ, ਅੰਦਰੋਂ ਰੱਬ ਦਾ ਆਤਮਾ, ਜਦੋਂ ਤੁਸੀਂ ਬਚਨ ਪੜ੍ਹਦੇ ਹੋ, ਪਰਮੇਸ਼ਰ ਦਾ ਬਚਨ ਤੁਹਾਨੂੰ ਸਿਖਾਉਣਾ ਸ਼ੁਰੂ ਕਰ ਦਿੰਦਾ ਆ। ਪਰਮੇਸ਼ਰ ਦਾ ਬਚਨ ਤੁਸੀਂ ਲਾਭ ਪ੍ਰਾਪਤ ਕਰਦੇ ਹੋ ਇਸ ਸਿੱਖਿਆ ਤੋਂ। ਪਰਮੇਸ਼ਰ ਦੇ ਬਚਨਾਂ ਨੂੰ ਪੜ੍ਹ ਕੇ ਤੁਸੀਂ ਲਾਭ ਪ੍ਰਾਪਤ ਕਰਦੇ ਹੋ, ਕਿਉਂਕਿ ਪ੍ਰੋਫਿਟੇਬਲ ਆ। ਬਰਾਬਰ ਤੇ ਪਹਿਲਾਂ ਗਾਹ ਲਿਖਿਆ ਹੈਗਾ, ਜਿਹੜਾ ਆਪਾਂ ਪੜ੍ਹ ਕੇ ਗਏ ਹੈਗੇ ਬਰਾਬਰ ਦੇ ਪਹਿਲਾਂ ਲਿਖਿਆ ਆ ਤਾੜਨ ਦੇ ਵਿੱਚ, ਪਰਮੇਸ਼ਰ ਦਾ ਵਚਨ ਤਾੜਨ ਦੇ ਵਿੱਚ ਤਾੜਦਾ ਆ ਇਨਸਾਨ ਨੂੰ, ਯਾਨੀ ਕਿ ਇਨਸਾਨ ਨੂੰ ਤਾੜਦਾ ਆ, ਉਹਨੂੰ ਕਨਵਿਕਟ ਕਰਦਾ ਆ। ਇੰਗਲਿਸ਼ ਵਿੱਚ ਲਿਖਿਆ ਕਨਵਿਕਸ਼ਨ ਦੀ ਗੱਲ ਹੋ ਰਹੀ ਆ, ਯਾਨੀ ਕਿ ਤੁਸੀਂ ਕਈ ਵਾਰ ਲੋਕਾਂ ਨੂੰ ਪਤਾ ਨਹੀਂ ਲੱਗਦਾ ਵੀ ਗਲਤ ਨੇ, ਲੋਕਾਂ ਨੂੰ ਪਤਾ, ਕਿਸੇ ਨੂੰ ਪਤਾ ਨਹੀਂ ਲੱਗਦਾ ਵੀ ਉਹ ਗਲਤੀ ਕਰ ਰਿਹਾ ਆ। ਮੈਂ ਕੀ ਗਲਤੀ ਕਰ ਰਿਹਾ, ਇਹਦੇ 'ਚ ਕੀ ਗਲਤੀ ਆ, ਇਹਦੇ 'ਚ ਕੀ ਖਰਾਬੀ ਆ, ਇਹਦੇ 'ਚ ਕੋਈ ਖਰਾਬੀ ਨਹੀਂ, ਕੋਈ ਗੱਲ ਨਹੀਂ, ਸਭ ਪਾਸ ਚੱਲਦਾ ਆ, ਕੋਈ ਗੱਲ ਨਹੀਂ। ਉਹਨੂੰ ਪਤਾ ਨਹੀਂ ਲੱਗ ਸਕਦਾ ਕਿ ਉਹ ਗਲਤ ਕਰ ਰਿਹਾ। ਉਹ ਕਨਵਿਕਸ਼ਨ ਨਹੀਂ ਆਏਗੀ ਜਦ ਤੱਕ ਪਰਮੇਸ਼ਰ ਦਾ ਰੂਹ ਉਹਦੀਆਂ ਅੱਖਾਂ ਨਾ ਖੋਲ ਦੇ। ਪਰਮੇਸ਼ਰ ਦਾ ਵਚਨ ਜਦੋਂ ਤੁਸੀਂ ਪੜ੍ਹਦੇ ਹੋ, ਤੁਹਾਨੂੰ ਆਪਣੀਆਂ ਗਲਤੀਆਂ ਨਜ਼ਰ ਆਉਂਦੀਆਂ ਨੇ, ਤੁਸੀਂ ਕਨਵਿਕਟ ਕੀਤੇ ਜਾਂਦੇ ਹੋ। ਪਵਿੱਤਰ ਆਤਮਾ ਤੁਹਾਨੂੰ ਤਾੜਦਾ ਆ, ਤੁਹਾਨੂੰ ਪਤਾ ਲੱਗਦਾ ਹੈ ਕਿ ਤੁਸੀਂ ਗਲਤ ਹੋਏ ਦੇ ਵਿੱਚ। ਆਮੀਨ। ਤੇ ਜਿਉਂ-ਜਿਉਂ ਗਲਤੀਆਂ ਤੁਹਾਨੂੰ ਪਤਾ ਲੱਗਦੀਆਂ ਨੇ, ਤਿਉਂ-ਤਿਉਂ ਤੁਸੀਂ ਆਪਣੀਆਂ ਗਲਤੀਆਂ ਸੁਧਾਰ ਸਕਦੇ ਹੋ। ਆਮੀਨ। ਪ੍ਰਭੂ ਵੱਲੋਂ ਇਨਕਰੇਜ ਕਰੀਏ ਇੱਕ ਦੂਜੇ ਨੂੰ ਕਿ ਪਰਮੇਸ਼ਰ ਦਾ ਵਚਨ ਪੜ੍ਹ ਸਕੀਏ। ਜਿਉਂ-ਜਿਉਂ ਪ੍ਰਭੂ ਦਾ ਵਚਨ ਪੜ੍ਹਦੇ ਹਾਂ, ਸਾਨੂੰ ਆਪਣੀਆਂ ਕਮੀਆਂ, ਆਪਣੀਆਂ ਗਲਤੀਆਂ ਨਜ਼ਰ ਆਉਣੀਆਂ ਸ਼ੁਰੂ ਹੋ ਜਾਣਗੀਆਂ, ਤੇ ਜੇ ਨਜ਼ਰ ਆਉਣੀਆਂ ਸ਼ੁਰੂ ਹੋ ਜਾਣਗੀਆਂ ਆਪਾਂ ਨੂੰ ਸੁਧਾਰ ਸਕਦੇ ਹਾਂ। ਪਰਮੇਸ਼ਰ ਦਾ ਵਚਨ ਇੱਕ ਸ਼ੀਸ਼ਾ ਆ। ਆਮੀਨ। ਸ਼ੀਸ਼ਾ ਆ। ਇਹ ਸ਼ੀਸ਼ਾ ਜਦੋਂ ਆਪਾਂ ਦੇਖਦੇ ਹਾਂ, ਸ਼ੀਸ਼ੇ ਮੂਹਰੇ ਖੜ ਜਾਓ ਤੁਸੀਂ, ਭੈਣਾਂ ਕਾਹਤੋਂ ਖੜਦੀਆਂ ਨੇ ਘੰਟਾ ਸ਼ੀਸ਼ੇ ਦੇ ਮੂਹਰੇ? ਭੈਣਾਂ ਕਾਹਤੋਂ ਖੜਦੀਆਂ ਨੇ ਘੰਟਾ?
ਉਹ ਤਾਂ ਖੜਦੀਆਂ ਨੇ ਕਾਂਡਾ ਕਿ ਤਾਂ ਕਿ ਉਹ ਆਪਣੇ ਆਪ ਨੂੰ ਸਵਾਰ ਸਕਣ, ਹੈਨਾ, ਤੇ ਐ ਬਰੀਕੀ ਦੇ ਨਾਲ ਸਵਾਰਦੀਆਂ ਨੇ ਆਪਣੇ ਆਪ ਨੂੰ। ਭਾਈ ਕੀ ਕਰਦੇ ਨੇ, ਭਾਈ ਤਾਂ ਬਿਲਕੁਲ ਸ਼ੀਸ਼ੇ ਮੂਹਰੇ ਖੜਦੇ ਨਹੀਂ, ਉਹ ਜਿੱਦਾਂ ਹੈਗੇ ਨੇ। ਉਹ ਕਿਸੇ ਨੇ ਕਿਹਾ ਆ, ਕਹਿੰਦਾ ਜੇ ਇੱਕ ਬੰਦਾ ਆਪਣਾ ਮੂੰਹ ਧੋਣ ਲੱਗ ਜੇ ਘਰੇ ਜਾ ਕੇ, ਇਹਦਾ ਮਤਲਬ ਆ ਉਹ ਬਾਹਰ ਨੂੰ ਚੱਲਿਆ ਆ। ਜਿਹੜਾ ਬੰਦਾ ਮੂੰਹ ਧੋਣ ਲੱਗ ਜੇ ਪਾਣੀ ਦੇ ਨਾਲ, ਇਹਦਾ ਮਤਲਬ ਉਹ ਬਾਹਰ ਜਾ ਰਿਹਾ ਕਿਸੇ ਪਾਸੇ। ਜੇ ਕੋਈ ਔਰਤ ਜਾਂ ਕੋਈ ਭੈਣ ਮੂੰਹ ਧੋਣ ਲੱਗ ਜਾਏ, ਮਤਲਬ ਹੁਣ ਬਾਹਰ ਨਹੀਂ ਜਾਣਾ, ਹੁਣ ਅੰਦਰ ਹੀ ਰਹੂਗੀ, ਕਿਉਂਕਿ ਮੂੰਹ ਧੋ ਲਿਆ। ਸੋ ਸ਼ੀਸ਼ਾ ਆ ਪਰਮੇਸ਼ਰ ਦਾ ਵਚਨ। ਪਰਮੇਸ਼ਰ ਦਾ ਵਚਨ ਸ਼ੀਸ਼ਾ ਆ, ਜਿਹਦੇ ਵਿੱਚ ਆਪਾਂ ਦੇਖ ਕੇ ਆਪਾਂ ਆਪਣੀਆਂ ਗਲਤੀਆਂ ਕੱਢਦੇ ਆ। ਪ੍ਰਭੂ ਦਾ ਵਚਨ ਪੜ੍ਹਦੇ ਆ ਤੇ ਪਰਮੇਸ਼ਰ ਦਾ ਪਵਿੱਤਰ ਆਤਮਾ ਵਚਨ ਥਾਈਂਦੀ ਸਾਨੂੰ ਸੁਧਾਰਦਾ ਆ, ਸਾਡੀਆਂ ਗਲਤੀਆਂ ਕੱਢਦਾ ਆ। ਗਾਹਾਂ ਜਿਹੜਾ ਆਪਾਂ ਇਹ ਵਚਨ ਪੜ੍ਹ ਕੇ ਗਏ ਆ, ਲਿਖਦਾ ਤਾਰਨ ਵਾਸਤੇ ਵੀ ਪਰਮੇਸ਼ਰ ਦਾ ਵਚਨ ਕੰਮ ਆਉਂਦਾ ਆ। ਫਿਰ ਲਿਖਿਆ ਸੁਧਾਰਨ ਵਾਸਤੇ ਵੀ। ਉਹ ਭੈਣਾਂ ਜਿਹੜੀਆਂ ਨੇ ਆਪਣੇ ਹਸਬੈਂਡ ਨੂੰ ਸੁਧਾਰ ਕੇ ਥੱਕ ਜਾਂਦੀਆਂ ਨੇ ਵਿਚਾਰੀਆਂ, ਹੁਣ ਵੀ ਸੁਧਰ ਜਾ, ਹੁਣ ਵੀ ਸੁਧਰ ਜਾ, ਹੁਣ ਵੀ ਸੁਧਰ ਜਾ। ਉਹ ਜਿਹੜੀਆਂ ਮਾਵਾਂ ਹੁੰਦੀਆਂ ਨੇ ਕਹਿੰਦੀਆਂ ਨੇ ਉਹ ਕੋਈ ਨਹੀਂ, ਇਹਦਾ ਵਿਆਹ ਕਰ ਦੇਵਾਂਗੇ ਆਪੇ ਸੁਧਰ ਜਾਏਗਾ। ਮਾਮਾ ਦੀ ਆਸ ਹੁੰਦੀ ਹੈ ਵਿਆਹ ਕਰ ਦੇਵਾਂਗੇ ਆਪਾਂ ਸੁਧਰ ਜਾਏਗਾ। ਬਾਅਦ ਵਿੱਚ ਜਦੋਂ ਵਾਈਫਸ ਆਉਂਦੀਆਂ ਨੇ, ਵਾਈਫ ਕਹਿੰਦੀਆਂ ਨੇ ਵੀ ਅੱਜ ਵੀ ਸੁਧਰਿਆ, ਕੱਲ ਵੀ ਸੁਧਰਿਆ, ਤੁਸੀਂ ਸੁਧਰ ਜਾਓ ਤਾਂ ਹੈ। ਉਹ ਪ੍ਰਭੂ ਦੇ ਪਰੋਂ ਕੌਮਾਂ ਵੀ ਸੁਧਾਰਨ ਨੂੰ ਲੱਗੀਆਂ ਨੂੰ, ਇਨਸਾਨ ਨੂੰ, ਗੌਰਮੈਂਟਾਂ ਵੀ ਸੁਧਾਰਨ ਲੱਗੀਆਂ ਨੇ, ਧਰਮ ਵੀ ਸੁਧਾਰਨ ਲੱਗੇ ਹੋਏ ਨੇ। ਲੇਕਿਨ ਆ ਨਹੀਂ ਪਤਾ ਕਿ ਜਿਹੜਾ ਇਨਸਾਨ ਆ ਉਹ ਕਿਸੇ ਹਾਲਤ ਵਿੱਚ ਸੁਧਰਨ ਵਾਲਾ ਨਹੀਂਗਾ, ਸਿਰਫ ਤਾਂ ਜੇ ਪਰਮੇਸ਼ਰ ਦਾ ਪਰਮ ਆਤਮਾ ਉਹਦੇ ਦਿਲ ਵਿੱਚ ਆ ਕੇ ਉਹਦੀ ਅੱਖਾਂ ਖੋਲ ਦੇ ਤੇ ਉਹਦੀ ਮਦਦ ਕਰੇ। ਵਚਨ ਕਹਿੰਦਾ ਹੈ ਕਿ ਪਵਿੱਤਰ ਆਤਮਾ ਆਪਣਾ ਕਾਉਂਸਲਰ ਆ, ਕੰਫਰਟੇਬਲ ਆ, ਆਪਣਾ ਹੈਲਪਰ ਆ। ਪਵਿੱਤਰ ਆਤਮਾ ਵਚਨ ਥਾਈਂਦੀ ਆਪਣੇ ਵਿੱਚ ਆ ਕੇ ਆਪਾਂ ਨੂੰ ਸੁਧਾਰਦਾ ਆ। ਅੰਗਰੇਜ਼ਾਂ ਨੇ ਜ਼ੋਰ ਲਾ ਲਿਆ ਸੁਧਾਰਨ ਦੇ ਵਾਸਤੇ, ਭਾਰਤ ਨਹੀਂ ਸੁਧਰਿਆ। ਬਾਅਦ ਵਿੱਚ ਲੋਕਾਂ ਨੇ ਜ਼ੋਰ ਲਾ ਲਿਆ ਸੁਧਾਰਨ ਦੇ ਵਾਸਤੇ, ਨਹੀਂ ਸੁਧਰੇ। ਲੇਕਿਨ ਪਰਮੇਸ਼ਰ ਦਾ ਵਚਨ ਕਹਿੰਦਾ ਆ, ਮੈਂ ਤੁਹਾਨੂੰ ਨਵਾਂ ਦਿਲ ਦੇਵਾਂਗਾ, ਮੈਂ ਤੁਹਾਡੇ ਵਿੱਚੋਂ ਪੱਥਰ ਦਿਲ ਕੱਢ ਦਿਆਂਗਾ, ਮੈਂ ਤੁਹਾਨੂੰ ਮੋਮ ਵਾਲਾ, ਮੈਂ ਤੁਹਾਨੂੰ ਮਾਂਸ ਦਾ ਦਿਲ ਦੇਵਾਂਗਾ, ਮੈਂ ਤੁਹਾਡੀਆਂ ਸੋਚਾਂ ਦੇ ਵਿੱਚ ਆਪਣੀਆਂ ਸੋਚਾਂ ਪਾ ਦਿਆਂਗਾ ਤੇ ਇਨਸਾਨ ਸੁਧਰ ਜਾਵੇਗਾ। ਆਮੀਨ। ਪ੍ਰਭੂ ਦੇ ਪਰੋਂ ਇਨਸਾਨ ਦੇ ਪਾਪ ਮਾਫ ਹੋ ਜਾਂਦੇ ਨੇ ਤੇ ਪਰਮੇਸ਼ਰ ਦਾ ਰੂਹ ਇਨਸਾਨ ਨੂੰ ਤਾਕਤ ਦਿੰਦਾ ਹੈ, ਸ਼ਕਤੀ ਦਿੰਦਾ ਆ, ਤਾਂ ਕਿ ਉਹ ਮੁੜ ਕੇ ਉਹ ਗਲਤੀਆਂ ਨਾ ਕਰੇ ਜਿਹੜੀਆਂ ਪਹਿਲਾਂ ਕਰਦਾ ਸੀ। ਸੋ ਪਰਮੇਸ਼ਰ ਦੇ ਵਚਨ ਨੂੰ ਪੜ੍ਹੀਏ, ਕਿਉਂਕਿ ਪਰਮੇਸ਼ਰ ਦਾ ਵਚਨ ਇਨਸਾਨ ਨੂੰ ਤਾੜਦਾ ਹੀ ਨਹੀਂ ਬਲਕਿ ਇਨਸਾਨ ਨੂੰ ਸੁਧਾਰਦਾ ਵੀ ਆ। ਆਮੀਨ। ਪਰਮੇਸ਼ਰ ਦੇ ਵਚਨ ਦੇ ਵਿੱਚ ਇਹ ਲਿਖਿਆ ਹੋਇਆ ਹੈ। ਪ੍ਰਭੂ ਦੇ ਹੋਰ ਕੀ ਲਿਖਿਆ ਆ? ਹੋਰ ਕਹਿੰਦਾ ਇਹਦੇ ਵਿਖਾਈ ਦੀ ਇਨਸਟਰਕਸ਼ਨਸ ਮਿਲਦੀਆਂ ਨੇ ਰਾਈਟੀਅਸਨੈਸ ਦੇ ਵਾਸਤੇ। ਲਿਖਿਆ ਆ ਕਿ ਇਸ ਵਚਨ ਥਾਈਂ ਦੀ ਰਾਸਤਬਾਜ਼ੀ ਦੇ ਭੇਦ ਇਨਸਾਨ ਤੱਕ ਪਹੁੰਚਦੇ ਨੇ। ਰਾਸਤਬਾਜ਼ ਕਿੱਦਾਂ ਬਣਨਾ ਹੈ? ਆਮੀਨ। ਧਾਰਮਿਕਤਾ ਕਿੱਦਾਂ ਸਵੀਕਾਰ ਕਰਨੀ ਆ? ਭਗਤੀ ਕਿੱਦਾਂ ਕਰਨੀ ਆ? ਰੱਬ ਦੇ ਨੇੜੇ ਕਿੱਦਾਂ ਜਾਣਾ ਆ? ਰੱਬ ਵਾਂਗੂ ਕਿੱਦਾਂ ਤੁਰਨਾ ਆ? ਰੱਬ ਦੇ ਵਚਨਾਂ ਤੇ ਕਿੱਦਾਂ ਤੁਰਨਾ ਆ? ਆਮੀਨ। ਅਸਲੀ ਧਰਮ ਜਿਹੜਾ ਆ ਉਹ ਇਨਸਾਨ ਦੇ ਦਿਲ ਵਿੱਚ ਉਤਰਦਾ ਆ ਜਦੋਂ ਕੋਈ ਇਨਸਾਨ ਧਾਰਮਿਕਤਾ ਨੂੰ ਸਵੀਕਾਰ ਕਰ ਲੈਂਦਾ ਹੈ, ਪਰਮੇਸ਼ਰ ਦੇ ਸ਼ਬਦਾਂ ਨੂੰ ਸਵੀਕਾਰ ਕਰ ਲੈਂਦਾ ਹੈ, ਜਾਣੀ ਕਿ ਪ੍ਰਭੂ ਯਿਸੂ 'ਚ ਵਿਸ਼ਵਾਸ ਕਰਕੇ ਅੱਗੇ ਵਧਦਾ ਹੈ। ਆਮੀਨ। ਆਪਾਂ ਹਮੇਸ਼ਾ ਸੋਚਿਆ ਸੀ ਜਿਹੜੇ ਧਰਮ ਹੈਗੇ ਨੇ, ਧਰਮ ਤਾਂ ਹਮੇਸ਼ਾ ਇਨਸਾਨ ਨੂੰ ਬਾਹਰੋਂ ਹੀ ਬਦਲਣ ਦੀ ਕੋਸ਼ਿਸ਼ ਕਰਦੇ ਨੇ, ਲੇਕਿਨ ਜਿਹੜੀ ਧਾਰਮਿਕਤਾ ਪ੍ਰਭੂ ਯਿਸੂ ਮਸੀਹ ਜੀ ਦੇ ਵਚਨਾਂ ਥਾਈਂ ਦੀ ਮਿਲਦੀ ਆ ਉਹ ਇਨਸਾਨ ਨੂੰ ਦਿਲੋਂ ਬਦਲਦੀ ਆ। ਤਾਂ ਹੀ ਪ੍ਰਭੂ ਯਿਸੂ ਮਸੀਹ ਜੀ ਧਰਮ ਸ਼ੁਰੂ ਕਰਨ ਵਾਸਤੇ ਨਹੀਂ ਆਏ, ਉਹ ਇਨਸਾਨ ਦੇ ਦਿਲ 'ਚ ਧਾਰਮਿਕਤਾ ਪਾਉਣ ਵਾਸਤੇ ਆਏ ਸੀ, ਜਾਨੀ ਕਿ ਇਨਸਾਨ ਦਾ ਦਿਲ ਬਦਲਣ ਵਾਸਤੇ ਆਏ ਸੀ। ਇੱਥੇ ਦਿਲ ਪਰਿਵਰਤਨ ਦੀ ਗੱਲ ਹੋ ਰਹੀ ਆ, ਧਰਮ ਪਰਿਵਰਤਨ ਦੀ ਗੱਲ ਨਹੀਂ ਹੋ ਰਹੀ। ਪ੍ਰਭੂ ਯਿਸੂ ਨੇ ਕਿਹਾ ਸੀ ਸਾਰੇ ਧਰਮਾਂ 'ਚ ਜਾਓ, ਸਾਰੇ ਦੇਸ਼ਾਂ 'ਚ ਜਾਓ, ਸਾਰੀ ਕੌਮਾਂ 'ਚ ਜਾਓ ਤੇ ਜਾ ਕੇ ਉਹਨਾਂ ਨੂੰ ਸ਼ੁਭ ਸਮਾਚਾਰ ਸੁਣਾਓ, ਖੁਸ਼ਖਬਰੀ ਦੱਸੋ ਕਿ ਪ੍ਰਭੂ ਯਿਸੂ ਵਿਸ਼ਵਾਸ ਕਰਕੇ ਪਰਮਾਤਮਾ ਮਿਲ ਜੂ ਤੁਹਾਨੂੰ ਤੇ ਪਰਮਾਤਮਾ ਤੁਹਾਡੇ ਦਿਲ ਵਿੱਚ ਧਰਮ ਲੈ ਕੇ ਆਓ, ਧਾਰਮਿਕਤਾ ਲੈ ਕੇ ਆਓ। ਆਮੀਨ। ਜਾਨ ਕਿ ਤਬਦੀਲੀ ਲੈ ਕੇ ਆਓ, ਜਾਨ ਕਿ ਤੁਸੀਂ ਧੋਤੇ ਜਾਓਗੇ, ਤੁਸੀਂ ਬਚਾਏ ਜਾਓਗੇ, ਬਦਲੇ ਜਾਓਗੇ, ਅੰਦਰ ਤਬਦੀਲੀ ਹੋ ਜਾਏਗੀ, ਅੰਦਰ ਬਦਲਾਅ ਆ ਜਾਏਗਾ ਤੁਹਾਡੇ ਵਿੱਚ। ਫਿਰ ਤੁਸੀਂ ਗਾ ਸਕਦੇ ਹੋ ਬਦਲ ਗਿਆ ਮੇਰਾ ਸਾਰਾ ਜੀਵਨ ਬਦਲ ਗਿਆ। ਦੁਨੀਆ ਜਿਹਨੇ ਮਰਜ਼ੀ ਜ਼ੋਰ ਲਾ ਲੇ, ਧਰਮ ਜਿਹਨੇ ਮਰਜ਼ੀ ਜ਼ੋਰ ਲਾ ਲੈਣ, ਕਲਚਰ ਜਿਹਨੇ ਮਰਜ਼ੀ ਜ਼ੋਰ ਲਾ ਜਾਣ, ਕੌਮਾਂ ਜਿਹਨੇ ਮਰਜ਼ੀ ਜ਼ੋਰ ਲਾ ਲੈਣ, ਗੌਰਮੈਂਟਾਂ ਜ਼ੋਰ ਲਾ ਲੈਣ, ਇਨਸਾਨ ਬਦਲ ਨਹੀਂ ਸਕਦਾ। ਜੇ ਇਨਸਾਨ ਨੂੰ ਕੋਈ ਚੀਜ਼ ਬਦਲ ਸਕਦੀ ਆ ਤੇ ਉਹ ਹੈ ਪ੍ਰਭੂ ਯਿਸੂ ਮਸੀਹ ਜੀ ਦਾ ਪਿਆਰ। ਅੱਗੇ ਦੇਖੋ ਪ੍ਰਭੂ ਦਾ ਵਚਨ ਕੀ ਆਖਦਾ ਹੈ। ਇਹ ਵਚਨ ਜਿਹੜਾ ਪੜ੍ਹ ਕੇ ਗਏ ਆ, ਲਿਖਿਆ ਹੈ ਕਿ ਪਰਮੇਸ਼ਰ ਦੇ ਇਹ ਵਚਨ ਦਿੱਤੇ ਨੇ ਆਪਾਂ ਨੂੰ ਤਾਂ ਕਿ ਪਰਮੇਸ਼ਰ ਦਾ ਸੇਵਕ ਪੂਰਨ ਹੋ ਜਾਵੇ, ਤਾਂ ਕਿ ਮੈਨ ਆਫ ਗॉड ਮੇ ਬੀ ਕੰਪਲੀਟ।
ਤੁਸੀਂ ਪੂਰਨ ਹੋ ਜਾਓਗੇ। ਪ੍ਰਭੂ ਦੇ ਵਚਨਾਂ ਨੂੰ ਪੜ੍ਹ ਕੇ ਤੁਸੀਂ ਪੂਰਨ ਹੋ ਜਾਓਗੇ। ਤੁਹਾਡੇ ਵਿੱਚ ਕੋਈ ਕਮੀ ਨਹੀਂ ਰਹੇਗੀ, ਤੁਹਾਡੇ ਵਿੱਚ ਕੋਈ ਘਾਟ ਨਹੀਂ ਰਹੇਗੀ, ਤੁਹਾਡੇ ਵਿੱਚ ਕੋਈ ਇਨਸੈਟਿਸਫੈਕਸ਼ਨ ਨਹੀਂ ਰਹੇਗੀ, ਤੁਹਾਡੇ ਵਿੱਚ ਸੈਟਿਸਫੈਕਸ਼ਨ ਆ ਜਾਏਗੀ। ਪਰਮੇਸ਼ਰ ਤੁਹਾਨੂੰ, ਤੁਹਾਡੇ ਦਿਲ ਦੇ ਵਿੱਚ ਪਰਮੇਸ਼ਰ ਤੁਹਾਨੂੰ ਸੈਟਿਸਫਾਈ ਕਰ ਦੇਗਾ। ਤੁਹਾਨੂੰ ਐਂ ਲੱਗੇਗਾ ਖਾਲੀਪਨ ਹੈ, ਖਾਲੀਪਨ ਹੈ, ਖਾਲੀਪਨ ਹੈ। ਤੁਹਾਨੂੰ ਐਂ ਨਹੀਂ ਲੱਗੇਗਾ ਵੀ ਕਿਸੇ ਚੀਜ਼ ਦੀ ਘਾਟ ਹੈ, ਸਭ ਕੁਝ ਅੱਜ ਮੇਰੇ ਕੋਲ, ਲੇਕਿਨ ਫਿਰ ਵੀ ਖਾਲੀ ਖਾਲੀ ਹੈ ਅੰਦਰ। ਨਹੀਂ, ਇਹ ਖਾਲੀਪਨ ਭਰ ਦੇਗਾ। ਕਿਹਦੇ ਨਾਲ ਭਰੇਗਾ? ਰੱਬ ਦੀ ਆਤਮਾ ਦੇ ਨਾਲ, ਰੱਬ ਦੀ ਰੂਹ ਦੇ ਨਾਲ। ਆਮੀਨ। ਤੁਸੀਂ ਪਰਮੇਸ਼ਰ ਦੀ ਕੌਮ ਹੋ, ਤੁਹਾਡਾ ਸਰੀਰ ਪਰਮੇਸ਼ਰ ਦਾ ਮੰਦਰ ਆ ਤੇ ਤੁਹਾਡੇ ਵਿੱਚ ਪਰਮੇਸ਼ਰ ਦਾ ਪਰਮ ਆਤਮਾ ਵਾਸ ਕਰਦਾ ਹੈ। ਪਰਮਾਤਮਾ ਵਾਸ ਕਰਦਾ ਆ ਤੇ ਤੁਹਾਡੇ ਦਿਲ ਵਿੱਚ ਸ਼ਾਂਤੀ ਹੋਵੇਗੀ, ਤੁਹਾਡੇ ਦਿਲ ਵਿੱਚ ਖੁਸ਼ੀ ਹੋਵੇਗੀ। ਆਮੀਨ। ਤੁਸੀਂ ਤਾਂ ਪਾਓਗੇ ਭੰਗੜੇ, ਤੁਸੀਂ ਤਾਂ ਪਾਓਗੇ ਗਿੱਧਾ, ਤੁਸੀਂ ਤਾਂ ਮਾਰੋਗੇ ਉੱਚੀ ਉੱਚੀ ਚੀਕਾਂ ਤੇ ਉੱਚੀ ਉੱਚੀ ਨਾਰੇ ਕਿ ਪ੍ਰਭੂ ਯਿਸੂ ਮਸੀਹ ਜੀ ਜੈ। ਪਰਮੇਸ਼ਰ ਨੂੰ ਸਾਰੀ ਮਹਿਮਾ ਦੇਵਾਂਗੇ, ਪਰਮੇਸ਼ਰ ਨੂੰ ਸਾਰੀ ਵਡਿਆਈ ਦੇਵਾਂਗੇ, ਪਰਮੇਸ਼ਰ ਨੂੰ ਸਾਰਾ ਉਹਦਾ ਨਾਮ ਉੱਚਾ ਕਰਾਂਗੇ। ਕਿਉਂ? ਕਿਉਂਕਿ ਪਰਮੇਸ਼ਰ ਦਾ ਪਰਮਾਤਮਾ, ਉਹਦਾ ਵਚਨ ਤੁਹਾਡੇ ਵਿੱਚ ਵਸਦਾ ਹੈ। ਤੇ ਵਚਨ ਆ ਵੀ ਰਸਦਾ ਤਾਂ ਕਿ ਉਹ ਜਿਹੜਾ ਪਰਮੇਸ਼ਰ ਦਾ ਸੇਵਕ ਆ ਉਹ ਪੂਰੀ ਤਰ੍ਹਾਂ ਤਿਆਰ ਹੋ ਜਾਵੇ, ਫੁੱਲੀ equipped। ਪਰਮੇਸ਼ਰ ਨੇ ਤੁਹਾਨੂੰ ਫਲ ਦਿੱਤੇ ਨੇ, ਪਰਮੇਸ਼ਰ ਨੇ ਤੁਹਾਨੂੰ ਦਾਤਾਂ ਦਿੱਤੀਆਂ ਨੇ। ਤੁਹਾਡੇ ਕੋਲੇ ਗਿਫਟ ਆਫ ਪ੍ਰੋਫੈਸੀ ਹੋਣਗੇ, ਤੁਹਾਡੇ ਕੋਲੇ ਗਿਫਟ ਆਫ ਮਿਰਕਲਸ ਹੋਣਗੇ, ਤੁਹਾਡੇ ਕੋਲੇ ਗਿਫਟ ਆਫ ਹੀਲਿੰਗਸ ਹੋਣਗੇ, ਤੁਹਾਡੇ ਕੋਲੇ ਅਥਾਰਟੀ ਹੋਏਗੀ ਤਾਂ ਕਿ ਤੁਸੀਂ ਬਦਰੂਆਂ ਨੂੰ ਕੱਢ ਸਕੋ, ਤੁਹਾਡੇ ਕੋਲੇ ਅਧਿਕਾਰ ਹੋਵੇਗਾ, ਤੁਸੀਂ ਪਹਾੜਾਂ ਨੂੰ ਹੁਕਮ ਦੇ ਸਕੋ ਇਧਰੋਂ ਦੇ ਇੱਧਰ ਹਿਲ ਜਾਣ। ਤੁਸੀਂ ਪੂਰੇ ਤਰੀਕੇ ਦੇ ਨਾਲ ਸੁਪਰਨੈਚੁਰਲੀ equipped ਕੀਤੇ ਹੋਏ ਹੋ, ਸੁਪਰਨੈਚੁਰਲੀ ਤਿਆਰ ਕੀਤੇ ਹੋਏ ਹੋ। ਤੁਹਾਡੇ ਹੱਥ ਵਿੱਚ ਪਰਮੇਸ਼ਰ ਨੇ ਐਸੇ ਅਧਿਕਾਰ ਦਿੱਤੇ ਨੇ, ਤੁਹਾਡੇ ਹੱਥ ਵਿੱਚ ਪਰਮੇਸ਼ਰ ਨੇ ਐਸੀ ਅਥਾਰਟੀ ਦਿੱਤੀਆਂ ਨੇ, ਤੁਹਾਨੂੰ ਪੂਰੇ ਤਰੀਕੇ ਨਾਲ ਤੁਹਾਨੂੰ ਹਸਤਰ ਵਸਤਰ ਪਹਿਨਾਤਾ ਹੈ, ਤੁਹਾਡੇ ਉੱਤੇ ਤੁਹਾਨੂੰ ਇੱਕ ਸਿਪਾਹੀ ਬਣਾਤਾ ਆ, ਤੁਹਾਨੂੰ ਇੱਕ ਪਰਮੇਸ਼ਰ ਨੇ ਬਹੁਤ ਯੁੱਧ ਕਰਨ ਵਾਲਾ ਯੋਧਾ ਬਣਾਤਾ ਆ। ਜਿਹੜਾ ਯੋਧਾ ਆ ਉਹ ਕਿਸੇ ਇਨਸਾਨ ਖਿਲਾਫ ਨਹੀਂ, ਉਹ ਕਿਸੇ ਮਾਸ ਖਿਲਾਫ ਨਹੀਂ, ਕਿਸੇ ਲਹੂ ਖਿਲਾਫ ਨਹੀਂ, ਬਲਕਿ ਉਹ ਬਦਰੂਆਂ ਦੇ ਖਿਲਾਫ, ਸ਼ੈਤਾਨ ਦੇ ਖਿਲਾਫ, ਸ਼ੈਤਾਨ ਦੀਆਂ ਫੌਜਾਂ ਦੇ ਖਿਲਾਫ ਲੜਨ ਦੇ ਵਾਸਤੇ ਤੇ ਲੋਕਾਂ ਨੂੰ ਛੁਡਵਾਉਣ ਦੇ ਵਾਸਤੇ, ਤਾਂ ਕਿ ਉਹ ਮੁਕਤੀ ਪ੍ਰਾਪਤ ਕਰਨ ਵਾਸਤੇ ਤਿਆਰ ਹੋ ਜਾਏਗਾ। ਪਰਮੇਸ਼ਰ ਦਾ ਸੇਵਕ, ਪਰਮੇਸ਼ਰ ਦੇ ਬੱਚੇ, ਪਰਮੇਸ਼ਰ ਦੀਆਂ ਧੀਆਂ, ਉਹਦੇ ਪੁੱਤਰ ਪਰਮੇਸ਼ਰ ਨੇ ਫੁੱਲੀ equipped ਕਰ ਦਿੱਤੇ ਨੇ, ਪੂਰੀ ਤਰ੍ਹਾਂ ਤਿਆਰ ਕਰ ਦਿੱਤੇ ਨੇ ਤਾਂ ਕਿ ਉਹ ਪਰਮੇਸ਼ਰ ਦੀ ਸੇਵਾ ਕਰ ਸਕਣ। ਤੇ ਆਖਿਰ ਦੇ ਵਿੱਚ ਪ੍ਰਭੂ ਦੇ ਬਾਰੇ ਲਿਖਿਆ ਆ ਤਾਂ ਕਿ ਪਰਮੇਸ਼ਰ ਦਾ ਸੇਵਕ, ਪਰਮੇਸ਼ਰ ਦਾ ਬੰਦਾ ਹਰ ਤਰ੍ਹਾਂ ਦੇ ਚੰਗੇ ਕੰਮ ਕਰਨ ਵਾਸਤੇ ਤਿਆਰ ਹੋ ਜਾਏ। ਤੁਸੀਂ ਦਾਨ ਪੁੰਨ ਵੀ ਕਰੋਗੇ, ਤੁਹਾਡੇ ਕੋਲੇ ਪੈਸੇ ਦਾ ਘਾਟਾ ਨਹੀਂ ਹੋਏਗਾ, ਤੁਹਾਡੇ ਕੋਲੇ ਕੰਮਾਂ ਦਾ ਘਾਟਾ ਨਹੀਂ ਹੋਏਗਾ, ਤੁਹਾਡੇ ਕੋਲੇ ਗੱਡੀਆਂ ਦਾ ਘਾਟਾ ਨਹੀਂ ਹੋਏਗਾ, ਤੁਹਾਡੇ ਕੋਲੇ ਘਰਾਂ ਦਾ ਘਾਟਾ ਨਹੀਂ ਹੋਏਗਾ, ਤੁਹਾਡੇ ਕੋਲੇ ਕਿਸੇ ਤਰ੍ਹਾਂ ਦਾ ਘਾਟਾ ਨਹੀਂ ਹੋਏਗਾ। ਪਰਮੇਸ਼ਰ ਤੁਹਾਨੂੰ ਸਾਰੇ ਚੰਗੇ ਕੰਮ, ਜਿਹੜਾ ਵੀ ਕੰਮ ਚੰਗਾ ਤੁਸੀਂ ਕਰਨਾ ਚਾਹੁੰਦੇ ਹੋ, ਉਹ ਚੰਗੇ ਕੰਮ ਕਰਨ ਵਾਸਤੇ ਪਰਮੇਸ਼ਰ ਮੁਹੱਈਆ ਕਰੇਗਾ, ਪਰਮੇਸ਼ਰ ਪ੍ਰੋਵਾਈਡ ਕਰੇਗਾ। ਜੇ ਤੁਸੀਂ ਗਰੀਬਾਂ ਦੀ ਮਦਦ ਕਰਨਾ ਚਾਹੁੰਦੇ ਹੋ, ਉਹਦੇ ਵਾਸਤੇ ਤੁਹਾਨੂੰ ਬਰਕਤ ਆ ਜਾਏਗੀ। ਜੇ ਤੁਸੀਂ ਵਿਧਵਾਵਾਂ ਦੀ ਮਦਦ ਕਰਨੀ ਚਾਹੁੰਦੇ ਹੋ, ਉਹਦੇ ਵਾਸਤੇ ਤੁਹਾਨੂੰ ਬਰਕਤ ਆ ਜਾਏਗੀ। ਜੇ ਤੁਸੀਂ ਅਨਾਰਥਾਂ ਦੀ ਮਦਦ ਕਰਨੀ ਚਾਹੁੰਦੇ ਹੋ, ਉਹਦੇ ਵਾਸਤੇ ਤੁਹਾਨੂੰ ਬਰਕਤ ਆ ਜਾਏਗੀ। ਜੇ ਤੁਸੀਂ ਮਿਸ਼ਨਰੀਜ਼ ਦੀ ਮਦਦ ਕਰਨੀ ਚਾਹੁੰਦੇ ਹੋ, ਜੇ ਤੁਸੀਂ ਇਵੈਂਜਲਿਸਟ ਦੀ, ਪਾਸਟਰਸ ਦੀ ਮਦਦ ਕਰਨੀ ਚਾਹੁੰਦੇ ਹੋ, ਉਹਨਾਂ ਦੇ ਵਾਸਤੇ ਤੁਹਾਡੇ ਉੱਤੇ ਮਦਦ ਆ ਜਾਏਗੀ। ਜੇ ਤੁਸੀਂ ਬਾਈਬਲਾਂ ਪੜ੍ਹਨੀ ਚਾਹੁੰਦੇ ਹੋ, ਉਹਦੇ ਵਾਸਤੇ ਤੁਹਾਨੂੰ ਬਰਕਤ ਆ ਜਾਏਗੀ। ਤੁਹਾਡੇ ਕੰਮ ਤੇ ਪ੍ਰੋਸਪੈਰਿਟੀ ਆ ਜਾਏਗੀ, ਤੁਹਾਡਾ ਕੰਮ ਵੱਧ ਜਾਏਗਾ ਆਟੋਮੈਟਿਕਲੀ। ਜਿਉਂ-ਜਿਉਂ ਚੰਗੇ ਕੰਮ ਕਰਨ ਵਾਸਤੇ ਤੁਸੀਂ ਕਦਮ ਉਠਾਓ, ਤਿਉਂ-ਤਿਉਂ ਪਰਮੇਸ਼ਰ ਨੇ ਬਰਕਤਾਂ ਤੁਹਾਡੇ ਉੱਤੇ ਉੱਡੇ ਲੜੀਆਂ ਨੇ, ਢੇਰੀ ਕਰ ਦੇਣੀਆਂ ਨੇ। ਆਮੀਨ। ਜੇ ਇੱਕ ਕਦਮ ਤੁਸੀਂ ਰੱਬ ਵੱਲ ਨੂੰ ਕੱਢੋਗੇ, ਰੱਬ ਦੋ ਕਦਮ ਤੁਹਾਡੇ ਵੱਲ ਨੂੰ ਕੱਢੇਗਾ। ਆਮੀਨ। ਕਾਹਤੋਂ ਬਈ? ਕਿਉਂ ਇੰਨੀਆਂ ਬਰਕਤਾਂ? ਕਿਉਂ ਬਈ? ਕਿਉਂਕਿ ਤੁਸੀਂ ਪ੍ਰਭੂ ਯਿਸੂ ਮਸੀਹ ਜੀ ਦੇ ਜਿੰਦਾ ਤੇ ਜਿਉਂਦਾ ਸਰੀਰ ਹੋ। ਆਮੀਨ। ਪਰਮੇਸ਼ਰ ਨੇ ਮਿਹਰ ਕਰਤੀ ਤੁਹਾਡੇ ਤੇ, ਪਰਮੇਸ਼ਰ ਨੇ ਕਿਰਪਾ ਕਰਤੀ ਤੁਹਾਡੇ ਤੇ। ਆਓ ਪੂਰੇ ਦਿਲ ਦੇ ਨਾਲ ਸਾਰੀ ਮਹਿਮਾ, ਸਾਰੇ ਜਲਾਲ, ਸਾਰੀ ਇੱਜ਼ਤ ਉਸ ਪਰਮੇਸ਼ਰ ਦੇ ਨਾਮ ਕਰੀਏ। ਚਰਚ ਹੱਥ ਚੱਕ ਕੇ ਦੁਆ ਕਰਾਂਗੇ, ਧੰਨਵਾਦ ਕਰਾਂਗੇ। ਮੈਂ ਚਾਹਾਂਗਾ ਧੰਨਵਾਦ ਕਰੀਏ, ਸਾਰੇ ਜਾਣੇ ਧੰਨਵਾਦ ਕਰੀਏ। ਆਪਾਂ ਇਹਨਾਂ ਮਿੰਟਾਂ ਦੇ ਵਿੱਚ ਧੰਨਵਾਦ ਕਰੀਏ, ਪ੍ਰਭੂ ਦਾ ਧੰਨਵਾਦ ਕਰੀਏ ਕਿ ਪ੍ਰਭੂ ਜੀ ਅਸੀਂ ਇਸ ਲਾਇਕ ਨਹੀਂ ਸੀਗੇ, ਅਸੀਂ ਇਸ ਲਾਇਕ ਨਹੀਂ ਸੀ ਕਿ ਸਾਨੂੰ ਤੂੰ ਇੰਨੀਆਂ ਬਰਕਤਾਂ ਨਾਲ ਘੇਰ ਲਵੇਂ, ਸਾਡੇ ਤੇ ਇਹਨਾਂ ਤਰਸ ਕਰ ਦੇਵੇਂ, ਸਾਡੇ ਤੇ ਇੰਨੀ ਕਿਰਪਾ ਕਰ ਦੇਵੇਂ। ਲੇਕਿਨ ਪ੍ਰਭੂ ਜੀ ਅਸੀਂ ਧੰਨਵਾਦ ਕਰਦੇ ਹਾਂ ਉਸ ਪਵਿੱਤਰ ਲਹੂ ਦਾ ਜਿਹੜਾ ਸਲੀਬ ਤੇ ਤੁਸੀਂ ਡੋਲਿਆ ਸਾਡੇ ਖਾਤੇ, ਪ੍ਰਭੂ ਜੀ ਜਾਨ ਦਿੱਤੀ ਸਾਡੇ ਖਾਤੇ ਪ੍ਰਭੂ ਜੀ, ਤਾਂ ਕਿ ਅਸੀਂ ਬਚਾਏ ਜਾਈਏ ਤੇ ਅਸੀਂ ਤੁਹਾਡੇ ਜਿਉਂਦੇ ਜਾਗਦਾ ਮੰਦਰ ਬਣ ਜਾਈਏ, ਤਾਂ ਕਿ ਪਰਮੇਸ਼ਰ ਪਿਤਾ ਸਾਡੇ ਵਿੱਚ ਤੁਹਾਡਾ ਸਾਹ ਉਤਰ ਆਵੇ ਤੇ ਤੁਹਾਡਾ ਵਚਨ, ਤੁਹਾਡਾ ਸ਼ਬਦ ਸਾਡੇ ਵਿੱਚ ਘਰ ਕਰ ਲਵੇ। ਪਰਮੇਸ਼ਰ ਪਿਤਾ ਦੁਆ ਕਰਦੇ ਹਾਂ ਅੱਜ ਅਸੀਂ ਸਤਾਨ ਵਾਲਿਆਂ ਦੇ ਵਾਸਤੇ, ਦੁਆ ਕਰਦੇ ਹਾਂ ਦੁਸ਼ਮਣਾਂ ਦੇ ਵਾਸਤੇ, ਦੁਆ ਕਰਦੇ ਹਾਂ ਉਹਨਾਂ ਦੇ ਵਾਸਤੇ ਜਿਹੜੇ ਜਾਣੇ ਅਣਜਾਣੇ ਗਲਤੀਆਂ ਕਰਕੇ ਚਰਚ ਦੇ ਖਿਲਾਫ ਖੜੇ ਹੋਣ ਦੀ ਕੋਸ਼ਿਸ਼ ਕਰਦੇ ਨੇ, ਪ੍ਰਭੂ ਜੀ ਪਰਸੀਕਿਊਟ ਕਰਨ ਦੀ ਕੋਸ਼ਿਸ਼ ਕਰਦੇ ਨੇ, ਤੁਹਾਡੇ ਚਾਹਣ ਵਾਲਿਆਂ ਨੂੰ, ਤੁਹਾਨੂੰ ਪਿਆਰ ਕਰਨ ਵਾਲਿਆਂ ਨੂੰ, ਵਿਸ਼ਵਾਸੀਆਂ ਦੇ ਖਿਲਾਫ ਖੜਨ ਦੀ ਕੋਸ਼ਿਸ਼ ਕਰਦੇ ਨੇ। ਅਸੀਂ ਦੁਆ ਕਰਦੇ ਹਾਂ ਪ੍ਰਭੂ ਜੀ ਤਰਸ ਕਰੋ ਉਹਨਾਂ ਤੇ। ਅਸੀਂ ਦੁਆ ਕਰਦੇ ਹਾਂ ਕਿ ਪਰਮੇਸ਼ਰ ਪਿਤਾ ਬਚਾ ਲਓ ਉਹਨਾਂ ਨੂੰ। ਅਸੀਂ ਦੁਆ ਕਰਦੇ ਹਾਂ ਪਰਮੇਸ਼ਰ ਪਿਤਾ, ਅੱਜ ਮੈਂ ਬੇਨਤੀ ਕਰਦਾ ਹਾਂ ਪਰਮੇਸ਼ਰ ਪਿਤਾ ਕਿ ਕਿਸੇ ਵੀ ਤਰੀਕੇ ਦੇ ਨਾਲ ਜੇ ਕੋਈ ਭੈਣ ਭਰਾ, ਕੋਈ ਵਿਸ਼ਵਾਸੀ
ਕਿਸੇ ਤਰ੍ਹਾਂ ਦੀ ਵੀ ਪਰਸੀਕਿਊਸ਼ਨ ਥਾਈ ਨਹੀਂ ਜਾ ਰਿਹਾ, ਕਿਸੇ ਤਰ੍ਹਾਂ ਦੀ ਮੁਸ਼ਕਲ ਥਾਈ ਨਹੀਂ ਜਾ ਰਿਹਾ। ਮੇਰੀ ਪ੍ਰਾਰਥਨਾ ਹੈ ਪਰਮੇਸ਼ਰ ਪਿਤਾ, ਅੱਜ ਤੁਹਾਡੀ ਕਿਰਪਾ, ਤੁਹਾਡੀ ਦਇਆ ਉਹਨਾਂ ਦੇ ਉੱਤੇ ਉਤਰ ਆਵੇ। ਮੈਂ ਪ੍ਰੇ ਕਰਦਾ ਆ, ਮੈਂ ਪਰਮਾਤਮਾ ਦੁਆ ਕਰਦਾ ਆ ਕਿ ਪਰਮੇਸ਼ਰ ਪਿਤਾ ਦਾ ਪਿਆਰ, ਪ੍ਰਭੂ ਯਿਸੂ ਮਸੀਹ ਜੀ ਦੀ ਕਿਰਪਾ ਤੇ ਮਿਹਰ ਤੇ ਪਵਿੱਤਰ ਆਤਮਾ ਦੀ ਸੰਗਤੀ ਹਰ ਇੱਕ ਦੇ ਉੱਤੇ ਹੋਵੇ। ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੈਂ ਚਾਹਾਂਗਾ ਕਿ ਚਰਚ ਆਪਾਂ ਹੱਥ ਖੜੇ ਕਰਕੇ, ਹੱਥ ਚੁੱਕ ਕੇ ਉੱਤੇ ਨੂੰ ਪਰਮੇਸ਼ਰ ਦਾ ਧੰਨਵਾਦ ਕਰੀਏ, ਉਹਨੂੰ ਸਾਰੀ ਮਹਿਮਾ ਦਈਏ, ਉਹਨੂੰ ਸਾਰਾ ਜਲਾਲ ਦਈਏ, ਉਹਨੂੰ ਸਾਰੀ ਇੱਜ਼ਤ ਦਈਏ, ਉਹਨੂੰ ਸਾਰਾ ਮਾਣ ਦਈਏ। ਮੈਂ ਚਾਹਾਂਗਾ ਕੋਈ ਵੀ ਭੈਣ ਭਰਾ, ਹਾਲੇਲੂਇਆ, ਕੋਈ ਵੀ ਲੀਡਰ ਖੜਾ ਹੋ ਕੇ, ਮੂਹਰੇ ਆ ਕੇ ਖੜਾ ਹੋ ਕੇ ਮਾਈਕ ਫੜ ਕੇ ਇੱਕ ਦੁਆ ਦੇ ਵਿੱਚ ਸਾਨੂੰ ਲੀਡ ਕਰੋ, ਸਾਨੂੰ ਗਾਈਡ ਕਰੋ, ਇੱਕ ਦੁਆ ਦੇ ਵਿੱਚ ਗਾਈਡ ਕਰੋ ਤੇ ਪਰਮੇਸ਼ਰ ਦਾ ਧੰਨਵਾਦ ਕਰੀਏ ਐਸ ਡਿਵਾਈਨ ਪ੍ਰੋਟੈਕਸ਼ਨ ਦੇ ਲਈ, ਪਰਮੇਸ਼ਰ ਦਾ ਧੰਨਵਾਦ ਕਰੀਏ ਐਸ ਬਰਕਤ ਦੇ ਲਈ, ਐਸ ਆਸ਼ੀਰਵਾਦ ਦੇ ਲਈ, ਇਹ ਪ੍ਰਭੂ ਦੇ ਵਚਨ ਦੇ ਲਈ, ਪਰਮੇਸ਼ਰ ਦੇ ਸ਼ਬਦ ਦੇ ਲਈ, ਜਿਹੜਾ ਸ਼ਬਦ ਦੇਹਧਾਰੀ ਹੋਇਆ, ਜਿਹੜਾ ਸ਼ਬਦ ਪ੍ਰਭੂ ਯਿਸੂ ਮਸੀਹ ਜੀ ਬਣ ਕੇ ਇਹ ਦੁਨੀਆ ਤੇ ਆਇਆ ਸਾਨੂੰ ਬਚਾਉਣ ਦੇ ਵਾਸਤੇ। ਆਓ ਚਰਚ ਸਾਰੇ ਜਾਣੇ ਹੱਥ ਖੜੇ ਕਰਕੇ ਸਾਰਾ ਜਲਾਲ ਪ੍ਰਭੂ ਨੂੰ ਦਈਏ, ਪ੍ਰਭੂ ਦਾ ਧੰਨਵਾਦ ਕਰੀਏ ਕਿ ਪਰਮੇਸ਼ਰ ਨੇ ਸਾਨੂੰ ਸ਼ਬਦ ਦਿੱਤਾ ਆ ਤੇ ਆਪਾਂ ਨੂੰ ਪਰਮੇਸ਼ਰ ਨੂੰ ਆਖੀਏ ਕਿ ਪ੍ਰਭੂ ਜੀ ਸਾਨੂੰ ਇਹ ਸ਼ਬਦ ਨਾਲ ਲਗਾਤਾਰ ਭਰਦਾ ਰਹੇ, ਸਾਡੀ ਡਿਸਪਲਿਨ ਕਰ ਸਾਨੂੰ, ਤਾਂ ਕਿ ਤੇਰਾ ਵਚਨ ਅਸੀਂ ਵੱਧ ਤੋਂ ਵੱਧ ਪੜ੍ਹ ਸਕੀਏ। ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਆਹ ਦੁਆ ਕਰਾਂਗੇ, ਸਾਰੇ ਜਾਣੇ ਹੱਥ ਚੱਕ ਕੇ, ਸਾਰੇ ਜਾਣੇ ਹੱਥ ਚੱਕ ਕੇ ਦੁਆ ਕਰਾਂਗੇ। ਹਾਲੇਲੂਇਆ, 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 ਹਾਲੇਲੂਇਆ। ਯੈਸ ਲॉर्ड, ਯੈਸ लॉर्ड, ਯੈਸ लॉर्ड।